ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਵਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓਂਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਦੂਸਰੀ ਕੌਂਸ ਲਈ ਧਰ ਕਾਬੇ ਮੇਂ। ਪੂਜਤ ਤਾਹੇ ਸਭੈ ਤੁਰ ਕਾ ਨਾਮ। ਹੈ ਇਹ ਆਪ ਖੁਦਾਏ ਧਰਾ ਤਨ। ਲੋਕ ਉਦਾਹਰਨ ਯੋ ਮਨ ਮਨ। ਦੂਸਰੀ ਕੌਂਸ ਲਈ ਧਰ ਕਾਬੇ ਮੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ, ਸੋ ਦਰ ਰਹਿਰਾਸ ਸਾਹਿਬ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਪਰੰਤ ਅਰਦਾਸ ਹੋਈ ਹੈ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਿਹਾਲ ਕਿਰਤਾਰਥ ਕੀਤਾ ਹੈ। ਹੁਣ ਜੋ ਨਿਤਨੇਮ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਪਾਂ ਵਿਚਾਰ ਰਹੇ ਹਾਂ, ਪੜ੍ਹ ਸੁਣ ਰਹੇ ਹਾਂ ਸੰਗਤ ਰੂਪ ਵਿੱਚ, ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਮਹਾਰਾਜ ਜੀ ਮੱਕੇ ਦੀ ਧਰਤੀ 'ਤੇ ਗਏ ਅਰਬ ਦੇਸ਼ ਵੱਲ, ਉੱਥੇ ਮੱਕੇ ਵਿੱਚ ਕੌਤਕ ਕਰਕੇ ਫਿਰ ਜਦੋਂ ਗੁਰੂ ਸਾਹਿਬ ਜੀ ਨੂੰ ਰਹਿੰਦਿਆਂ ਹੋਇਆਂ ਕੁਝ ਕੁ ਦਿਨ ਉੱਥੇ ਬੀਤ ਗਏ, ਲੰਘੇ ਹੈ। ਫਿਰ ਮਹਾਰਾਜ ਨੇ ਕਿਹਾ ਹੈ ਇਸ ਤਰ੍ਹਾਂ ਬੈਠਿਆਂ ਬੈਠਿਆਂ ਹੀ ਕਿ ਭਾਈ ਮਰਦਾਨਾ, ਹੁਣ ਜਿਸ ਤਰਫ ਤੇਰੀ ਜਾਣ ਦੀ ਇੱਛਾ ਹੈ, ਜੋ ਦੇਖਣਾ ਚਾਹੁੰਦੇ ਤੇ ਉੱਧਰ ਚਲੋ ਚੱਲੀਏ। ਕਹਿਣ ਲੱਗੇ ਗੁਰੂ ਸਾਹਿਬ ਜੀ, ਜੋ ਮੁਹੰਮਦ ਸਾਹਿਬ ਦੀ ਇੱਥੇ ਕਬਰ ਹੈ ਮਦੀਨੇ ਵਿੱਚ, ਉਹ ਮੈਂ ਦੇਖਣੀ ਚਾਹੁੰਦਾ ਹਾਂ, ਕਿਰਪਾ ਕਰੋ ਆਪਾਂ ਉੱਧਰ ਚੱਲੀਏ। ਮਹਾਰਾਜ ਕਹਿੰਦੇ ਵੀ ਮਰਦਾਨਿਆ, ਇਹ ਜਿਹੜਾ
ਮੁਹੰਮਦ ਸਾਹਿਬ ਦੀ ਕਬਰ ਵਾਲਾ ਸਥਾਨ ਮਦੀਨੇ ਵਿੱਚ ਹੈ। ਇੱਥੋਂ 240 ਮੀਲ ਦੀ ਵਿੱਥ ਤੇ 12 ਦਿਨਾਂ ਦਾ ਰਸਤਾ ਹੈ। ਇਸ ਕਰਕੇ ਉਹਦੇ 12 ਦਿਨ ਲੱਗ ਜਾਣਗੇ। ਸੁਣ ਕੇ ਭਾਈ ਮਰਦਾਨਾ ਜੀ ਖੁਸ਼ ਹੋ ਗਏ ਹੈ। ਕਹਿੰਦੇ ਮਹਾਰਾਜ ਇਹ ਤਾਂ ਕੁਝ ਵੀ ਰਸਤਾ ਨਹੀਂ ਹੈ, 12 ਦਿਨ ਤੇ ਬਹੁਤ ਥੋੜ੍ਹੇ ਹੈ, ਇਹ ਤਾਂ ਆਪਾਂ ਛੇਤੀ ਚਲੇ ਜਾਣਾ ਹੈ। ਗੁਰੂ ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਮਰਦਾਨਿਆ 12 ਦਿਨਾਂ ਦਾ ਰਸਤਾ ਹੈ, ਤੂੰ ਕਹਿਣਾ ਵੀ ਥੋੜ੍ਹਾ ਹੀ ਹੈ, ਛੇਤੀ ਚਲੇ ਜਾਣਾ ਹੈ, ਨੇੜੇ ਹੀ ਹੈ। ਕਹਿਣ ਲੱਗਾ ਮਹਾਰਾਜ ਵੇਖੋ ਸਾਲਾਂ ਬੱਧੀ ਦਾ ਰਸਤਾ ਸੀ ਤੇ ਆਪਾਂ ਮੱਕੇ ਵਿੱਚ ਕਾਬੇ ਮੰਦਰ ਨੂੰ ਦੇਖਣ ਵਾਸਤੇ ਆ ਛਿਨ ਮਾਤਰ ਸ਼ਬਦ ਪੜ੍ਹਦੇ ਪਹੁੰਚ ਗਏ ਹਾਂ। ਜਿੱਥੇ ਸਾਲਾਂ ਬੱਧੀ ਦਾ ਰਸਤਾ ਸੀ, ਇਹ ਤਾਂ ਹੈ 12 ਦਿਨਾਂ ਦਾ ਰਸਤਾ, ਫਿਰ ਇੱਥੇ ਕਾਹਦੀ ਪਰਵਾਹ ਹੈ। ਮਹਾਰਾਜ ਕਹਿੰਦੇ ਠੀਕ ਹੈ, ਜੇ ਵੇਖਣ ਦੀ ਇੰਨੀ ਇੱਛਾ ਤੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਮਦੀਨਾ, ਚਲੋ ਚੱਲੀਏ ਸਾਡੇ ਨਾਲ ਤੁਰੋ। ਫਿਰ ਉਸ ਵੇਲੇ ਮਹਾਰਾਜ ਚਾਲਾ ਮਾਰ ਦਿੱਤਾ, 12 ਦਿਨਾਂ 'ਚ ਉੱਥੇ ਜਾ ਪਹੁੰਚੇ ਮਦੀਨੇ, ਜਿੱਥੇ ਮੁੱਲੇ ਮਦੀਨੇ ਬਹੁਤ ਜਿਹੜੇ ਸੇਵਾ ਕਰ ਰਹੇ ਸੀ ਮੁਹੰਮਦ ਸਾਹਿਬ ਦੀ ਕਬਰ ਦੀ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਵੇਖਣ ਲਈ ਕਿਹਾ। ਕਹਿੰਦੇ ਮਹਾਰਾਜ ਇੱਥੇ ਵੀ ਜੇ ਅੱਖਾਂ ਬੰਨ੍ਹਦੇ ਹੋਏ ਤਾਂ ਕਿਵੇਂ ਦੇਖਾਂਗੇ, ਫਿਰ ਮੋੜ ਦੇਣਗੇ ਮੈਨੂੰ ਮਜੌਰ ਇੱਥੋਂ ਦੇ। ਗੁਰੂ ਸਾਹਿਬ ਜੀ ਕਹਿੰਦੇ ਵੀ ਇੱਥੇ ਉਸ ਤਰ੍ਹਾਂ ਨਹੀਂ ਹੈ, ਵੈਸੇ ਵੀ ਤੂੰ ਤੁਰਕ ਵੀ ਹੈ, ਮੁਸਲਮਾਨਾਂ ਵਾਲਾ ਸਰੂਪ ਵੀ ਹੈ, ਤੇ ਜਾ ਕੇ ਦੇਖਾ ਕੋਈ ਨਹੀਂ ਰੋਕੇਗਾ ਤੈਨੂੰ। ਭਾਈ ਮਰਦਾਨਾ ਜੀ ਚਲੇ ਗਏ ਆ, ਉੱਥੇ ਜਾ ਕੇ ਵੇਖਿਆ, ਕਹਿੰਦੇ ਵੀ ਐਵੇਂ ਉਸਤਤ ਕਰੀ ਜਾਂਦੇ ਮੁਸਲਮਾਨ, ਇੱਥੇ ਦੇ ਵੀ ਕੁਝ ਨਹੀਂ, ਕਬਰ ਹੀ ਕਬਰ ਹੈ ਇਕੱਲੀ। ਮਹਾਰਾਜ ਵੀ ਮੌਜ ਵਿੱਚ ਆ ਕੇ ਚਰਨੀ ਖੜਾਵਾਂ ਪਾਈਆਂ ਹੋਈਆਂ, ਜਿੱਥੇ ਕਬਰ ਵਾਲਾ ਸਥਾਨ ਉੱਧਰ ਸਿੱਧਾ ਹੀ ਚਲੇ ਗਏ। ਜਿਹੜੇ ਮੁੱਲਾਂ ਬੈਠੇ ਹੋਏ ਸਨ ਉੱਥੇ, ਉਹ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਆ ਤੂੰ ਕੌਣ ਹੈ ਖੜਾਵਾਂ ਪਾ ਕੇ ਆਉਣ ਵਾਲਿਆ, ਇਹ ਸਿੱਧੀਆਂ ਖੜਾਵਾਂ ਪਾ ਕੇ ਆਈ ਜਾਂਦਾ। ਮੁਹੰਮਦ ਸਾਹਿਬ ਦੀ ਜਿਹੜੀ ਕਬਰ ਦੀ ਯਾਤਰਾ ਦੀ ਮਰਿਆਦਾ ਕੀ ਤੈਨੂੰ ਪਤਾ ਨਹੀਂ ਹੈ, ਤੇਰੀ ਤਾਂ ਅਣਜਾਣਾ ਵਾਲੀ ਮੱਤ ਦਿਸ ਰਹੀ ਹੈ ਕਿ ਜਿਹੜਾ ਵੀ ਪਤਾ ਨਹੀਂ ਹੈ ਤੇ ਸਿੱਧੀਆਂ ਖੜਾਵਾਂ ਪਾ ਕੇ ਕਬਰ ਦੇ ਕੋਲ ਆ ਗਿਆ ਹੈ। ਤੇ ਇਹਦੇ ਮੁਹੰਮਦ ਸਾਹਿਬ ਜੋ ਬੜੇ ਮਹਾਨ, ਉਹਨਾਂ ਦਾ ਮੁਕਾਮ ਹੈ, ਸਥਾਨ। ਮਹਾਰਾਜ ਜੀ ਨੇ ਫਿਰ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਸੀ, ਮੁਕਾਮ ਘਰ ਬੈਸਣਾ ਨਿਤ ਚੱਲਣੇ ਕੀ ਧੋਖ, ਮੁਕਾਮ ਤਾ ਪਰ ਜਾਣੀਏ ਜਾ ਰਹਿ ਨੇਚਰ ਲੋਕ, ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵੱਧ ਹੋ ਲਾਗ ਰਹੋ ਨਾਮੇ। ਇਹ ਮੁਕਾਮ ਦਾ ਜਿਹੜਾ ਸਥਿਤ ਰਹਿਣ ਵਾਲਾ ਦੇਖ ਖੁਦਾ ਹੀ ਹੈ, ਪਰਮੇਸ਼ਰ। ਬਾਕੀ ਸਾਰੇ ਜਿਹੜੇ ਟਿਕਾਣੇ ਹੈ, ਇਹ ਦੁਨੀਆ ਬ੍ਰਹਿਮੰਡ ਸਭ ਚਲੇ ਜਾਣ ਵਾਲੇ ਹੈ। ਇਹ ਸ਼ਬਦ ਦੇ ਰਾਹੀਂ ਸਿੱਖਿਆ ਦਿੱਤੀ ਸੀ। ਫਿਰ ਉਹ ਸ਼ਬਦ ਸੁਣ ਕੇ ਉਹ ਬੜੇ ਪ੍ਰਭਾਵਿਤ ਹੋਏ, ਨਿਵੇਂ ਹੈ। ਗੁਰੂ ਦਾ ਸ਼ਬਦ ਜਦੋਂ ਇਹ ਉਚਾਰਨ ਕੀਤਾ, ਉਸੇ ਵੇਲੇ ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਆ ਝੁਕੀ, ਫਿਰ ਆਪਣੇ ਥਾਂ 'ਤੇ ਜਾ ਕੇ ਟਿਕ ਗਈ। ਸਾਰੇ ਮੁੱਲੇ ਮੁਲਾਣੇ ਵੇਖ ਕੇ ਹੈਰਾਨ ਹੋ ਗਏ, ਵਿਚਾਰਦੇ ਵੀ ਇਹ ਤਾਂ ਬਹੁਤ ਮਹਾਨ ਹੈ, ਖੁਦਾ ਹੀ ਆਪ ਆ ਗਿਆ ਹੈ। ਸਾਡੇ ਮੁਹੰਮਦ ਸਾਹਿਬ ਇੰਨੇ ਤਗੜੇ ਪੈਗੰਬਰ, ਉਹਨਾਂ ਦੀ ਕਬਰ ਝੁਕ ਗਈ ਹੈ ਇਹਨਾਂ ਦੇ ਅੱਗੇ, ਫਿਰ ਅਸੀਂ ਕਿਸ ਪਾਣੀ ਹਾਰ ਹਾਂ। ਫਿਰ ਉਹਨਾਂ ਨੇ ਮੱਥਾ ਟੇਕਿਆ, ਕਹਿੰਦੇ ਵੀ ਗੁਰੂ ਸਾਹਿਬ ਜੀ ਆਪਣੀ ਇੱਕ ਖੜਾਂ ਜਿਹੜੀ ਹੈ ਸਾਨੂੰ ਦੇ ਦਿਓ, ਅਸੀਂ ਇਹਨੂੰ ਪੂਜਾ ਕਰਾਂਗੇ। ਫਿਰ ਇੱਕ ਖੜਾਂ ਜਿਹੜੀ ਹੈ ਮੁਹੰਮਦ ਸਾਹਿਬ ਦੀ ਕਬਰ ਜਿੱਥੇ ਮਦੀਨੇ ਵਿੱਚ, ਉੱਥੇ ਰੱਖ ਲਈ। ਗੁਰੂ ਸਾਹਿਬ ਜੀ ਕੁਝ ਸਮਾਂ ਉੱਥੇ ਰਹੇ ਹੈ, ਕੁਝ ਸਮੇਂ ਤੋਂ ਬਹੁਤ ਮਹੀਨਿਆਂ ਬੱਧੀ ਰਹੇ ਮਹਾਰਾਜ ਉੱਥੇ। ਇੱਥੇ ਕਥਾ ਭਾਵੇਂ ਥੋੜ੍ਹੀ ਆਈ ਹੈ, ਉੱਥੇ ਤਾਂ ਬਹੁਤ ਲੰਮਾ ਵਿਸਥਾਰ ਹੋਇਆ ਮਦੀਨੇ ਵਿੱਚ, ਚਰਚਾ ਵੀ ਬਹੁਤ ਹੋਈ। ਕਈ ਕੁਝ ਉਹਨਾਂ ਕਰਨਾ ਚਾਹਿਆ, ਮਹਾਰਾਜ ਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਸਭ ਉਹਨਾਂ ਦੇ ਹੱਥਾਂ ਨੂੰ ਜੁੜ ਗਏ ਸਨ। ਅਤੇ ਇੱਧਰ ਫਿਰ ਗੁਰੂ ਸਾਹਿਬ ਜੀ ਮੱਕੇ ਵੱਲ ਆ ਗਏ, ਜਿੱਥੇ ਪਹਿਲਾ ਸਥਾਨ ਕਾਬੇ ਮੰਦਰ ਦਾ, ਉੱਥੇ ਦੀਵਾਰ ਦੇ ਆ ਕੇ ਨੇੜੇ ਬੈਠ ਗਏ। ਇੰਨੇ ਨੂੰ ਜਿਹੜੇ ਭੱਖਰ ਸੱਖਰ ਤੋਂ 1 ਸਾਲ ਪਹਿਲਾਂ ਹਾਜੀ ਚੱਲੇ ਸਨ ਬਹਾਵਦੀਨ ਹੋਣੀ, ਉਹ ਵੀ ਆ ਪਹੁੰਚੇ। ਗੁਰੂ ਸਾਹਿਬ ਜੀ ਨੂੰ ਭਾਈ ਬਾਲਾ, ਭਾਈ ਮਰਦਾਨਾ ਜੀ ਨੂੰ ਦੇਖ ਕੇ ਤਾਂ ਉਹਦੇ ਹੱਕੇ ਬੱਕੇ ਰਹਿ ਗਏ।
ਵੀ ਆਹ ਕਿਵੇਂ ਸਾਡੇ ਤੋਂ ਪਹਿਲਾਂ ਆ ਗਏ ਤੇ ਸਾਲ ਪਹਿਲਾਂ ਇਹਨਾਂ ਨੂੰ ਛੱਡ ਗਏ, ਉਹ ਪਿੱਛੇ ਮੋੜ ਕੇ ਆਏ ਆ ਤੇ ਇਹ ਇੱਥੇ ਆ ਕੇ ਬੈਠੇ ਆ, ਇਹ ਕਿਸ ਰਸਤੇ ਆ ਗਏ। ਫਿਰ ਉੱਥੋਂ ਦੇ ਹੋਰ ਹਾਜੀਆਂ ਮੁੱਲਿਆਂ ਮਲਾਣਿਆਂ ਨੂੰ ਕਿਹਾ ਵੀ ਆਹ ਹਾਜੀ ਕਦੋਂ ਦੇ ਆਏ ਆ। ਉਹ ਕਹਿਣ ਲੱਗੇ ਵੀ ਇਹਨਾਂ ਨੂੰ ਤੇ 1 ਸਾਲ ਹੋ ਗਿਆ ਇੱਥੇ ਆਇਆ ਹੋਇਆ, ਤੇ ਇਹ ਤੇ ਬਹੁਤ ਮਹਾਨ ਹੈ, ਇਹਨਾਂ ਦੇ ਚਰਨਾਂ ਨਾਲ ਹੀ ਸਾਡਾ ਕਾਬਾ ਮੰਦਰ ਜਿਹੜਾ ਫਿਰ ਗਿਆ ਸੀ, ਘੁੰਮ ਗਿਆ ਸੀ। ਤੇ ਉਹ ਸੁਣ ਕੇ ਉਹ ਵੀ ਫਿਰ ਅਚਰਜ ਹੋ ਗਏ। ਗੁਰੂ ਸਾਹਿਬ ਜੀ ਦੀ ਉਹਨਾਂ ਵੀ ਕਲਾ ਵੇਖਣੀ ਚਾਹੀ। ਕਹਿੰਦੇ ਵੀ ਤਾਂ ਮੰਨੀਏ ਜੇ ਇੱਥੇ ਜਲ ਪੈਦਾ ਕਰ ਦੇਣ ਹੁਣੇ, ਕਿਉਂਕਿ ਕਾਬੇ ਮੰਦਰ ਦੇ 36 ਕੋਹ ਇਰਦ ਗਿਰਦ ਪਾਣੀ ਨਹੀਂ ਮਿਲਦਾ ਹੈ। ਇਹ ਕਹਿੰਦੇ ਵੀ ਤਾਂ ਮੰਨੀਏ ਜੇ ਉੱਜਲ ਜਲ ਮੰਗਵਾਉਣ। ਗੁਰੂ ਸਾਹਿਬ ਜੀ ਨੇ ਸੋਟਾ ਮਾਰਿਆ ਦੀਵਾਰ ਵਿੱਚ ਉਸ ਵੇਲੇ ਜੋ ਹੱਥ ਵਿੱਚ ਸੀ, ਤੇ ਉਸੇ ਵੇਲੇ ਜਲ ਦੀਆਂ ਧਾਰਾਂ ਛੁੱਟ ਗਈਆਂ ਦੀਵਾਰ ਵਿੱਚੋਂ। ਫਿਰ ਤੇ ਸਭ ਨੇ ਉਜੂ ਕੀਤਾ, 5 ਇਸ਼ਨਾਨਾਂ ਕੀਤੀਆਂ, ਮਹਾਰਾਜ ਦੇ ਚਰਨੀ ਪੈ ਕੇ ਮਹਿਮਾ ਜਾਣੀ। ਬਹੁਤ ਬਹਾਵਦੀਨ ਹੋਣਾ ਨੇ, ਰੁਕਨਦੀਨ ਹੋਣਾ ਚਰਚਾ ਕੀਤੀ ਗੁਰੂ ਸਾਹਿਬ ਜੀ ਨਾਲ। ਇਸ ਤਰ੍ਹਾਂ ਮੱਕੇ ਦੇ ਵਿੱਚ ਕਥਾ ਹੋਈ। 1 ਸਾਲ ਲਿਖਿਆ ਹੋਇਆ ਇਤਿਹਾਸ ਲਿਖਤ ਪੋਥੀ ਹੈ ਬੜੀ ਵਿਸਥਾਰ ਨਾਲ। ਮਹਾਰਾਜ ਦਾ ਉੱਥੇ ਸਾਰਾ ਲਿਖਿਆ ਵੀ ਮੱਕੇ ਵਿੱਚ ਹੀ ਗੁਰੂ ਸਾਹਿਬ ਜੀ 1 ਸਾਲ ਰਹੇ ਹੈ, ਕਾਬੇ ਮੰਦਰ ਕੋਲ। ਮਦੀਨੇ ਵੱਖਰਾ, ਉੱਥੇ ਚਰਚਾ ਵੱਖਰੀ ਹੋਈ। 2 ਚਰਚਾ ਕਾਬੇ ਮੰਦਰ ਤੇ ਮਦੀਨੇ ਵਿੱਚ ਹੋਈਆਂ, ਜਿਨ੍ਹਾਂ ਦਾ ਵਿਸਥਾਰ ਬਹੁਤ ਹੈ। ਕੁਝ ਮਹੀਨਿਆਂ ਦੀ ਕਥਾ ਹੈ ਜੇ ਆਪਾਂ ਕਰਨ ਲੱਗੀਏ ਇਹਦੇ ਛੰਦਾਬੰਦੀ ਵਿੱਚ ਹੋਵੇ ਤੇ। ਉੱਥੇ ਮਹਾਰਾਜ ਨੇ ਛੰਦਾਬੰਦੀ ਵਿੱਚ ਵੀ ਬਹੁਤ ਸ਼ਬਦ ਉਚਾਰਨ ਕੀਤੇ ਹੈ, ਉਹ ਸਭ ਲਿਖਿਆ ਹੋਇਆ ਹੈ। ਕਈ ਉਰਦੂ ਦੀਆਂ ਪੁਸਤਕਾਂ ਵੀ ਲਿਖੀਆਂ ਹੋਈਆਂ, ਹੋਰ ਵੀ ਕਈਆਂ ਵਿਦਵਾਨਾਂ ਨੇ ਲਿਖੀਆਂ ਹੋਈਆਂ। ਤੇ ਜਿਹੜਾ ਸ਼ਾਹ ਹਰਫ ਰੁਕਨਦੀਨ ਨਾਲ ਨਸੀਹਤਨਾਮਾ ਮਹਾਰਾਜ ਨੇ ਉਚਾਰਨ ਕੀਤਾ, ਇੱਥੇ ਰੁਕਨਦੀਨ ਨਾਲ ਹੀ ਇੱਥੇ ਅਰਬ ਦੇਸ਼ ਕਾਬੇ ਮੰਦਰ ਕੋਲ ਹੀ ਮਦੀਨੇ ਵਿੱਚ ਮਹਾਰਾਜ ਜੀ ਨੇ ਜਿਹੜਾ ਕਰਨੀਨਾਮਾ ਹੈ ਉਹ ਵੀ ਉਚਾਰਨ ਕੀਤਾ ਸੀ, ਜਿਹਦੇ ਵਿੱਚ ਖਾਲਸੇ ਦੀ ਮਹਿਮਾ ਲਿਖੀ, ਆਪਣਾ ਸਿੱਖੀ ਦਾ ਸਾਰਾ ਧਰਮ ਬਾਰੇ ਲਿਖਿਆ, ਜਿਹਦੇ ਵਿੱਚ ਮਹਾਰਾਜ ਨੇ ਬਚਨ ਕਹੇ ਸਨ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਭ ਕਿਹਾ ਹੋਇਆ ਸੀ, ਜਿਹੜਾ ਆਪਾਂ ਰੋਜ਼ ਦੋਹਰੇ ਵਿੱਚ ਪੜ੍ਹਦੇ ਹਾਂ। ਤੇ ਉਹਨਾਂ ਬਚਨਾਂ ਨੂੰ ਹੀ ਜੋ ਪਹਿਲਾਂ ਕਹਿ ਦਿੱਤੇ, ਫਿਰ 10ਵੇਂ ਪਾਤਸ਼ਾਹ ਮਹਾਰਾਜ ਨੇ ਪੂਰਨ ਕੀਤੇ। ਰਾਜ ਵੀ ਜਿਹੜਾ ਸਿੱਖਾਂ ਪਾਸੋਂ ਕਰਵਾਇਆ, ਖਾਲਸਾ ਵੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਜੀ ਹੋਣਾ ਨੇ ਰਾਜ ਕੀਤਾ, ਫਿਰ ਸਾਡੀਆਂ ਕਮੀਆਂ ਕਰਕੇ ਰਾਜ ਖੁੱਸਿਆ। ਹੁਣ ਫਿਰ ਜੋ ਗੁਰੂ ਸਾਹਿਬ ਜੀ ਦੇ ਬੜੇ ਭਵਿੱਖਤ ਵਾਕ ਕਹੇ ਹੋਏ ਹੈ, ਉਹ ਵੀ ਕਿਸੇ ਨਾ ਕਿਸੇ ਦਿਨ ਵਰਤਣੇ ਹੀ ਹੈ ਸਾਰੇ। ਉਹ ਸਾਰਾ ਜਿਵੇਂ ਪ੍ਰਸੰਗ ਉੱਥੇ ਹੋਇਆ ਆਪਾਂ ਵਿਸਥਾਰ ਨਾਲ ਸਰਵਣ ਕੀਤਾ ਹੈ। ਜਿਵੇਂ ਮਹਾਰਾਜ ਜੀ ਉੱਥੇ ਹੋਰ ਵੀ ਬੜੀਆਂ ਚਰਚਾ ਹੋਈਆਂ, ਇੱਥੇ ਨਹੀਂ ਆਈਆਂ, ਕਿ ਜਦੋਂ ਮਹਾਰਾਜ ਸੱਚਖੰਡ ਵਿੱਚ ਗਏ ਹੈ, ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ ਦਿੱਤੀ ਹੈ। ਉਹ ਜਿਹੜਾ ਕਾਜੀ ਸੀ, ਉਹਦੇ ਪੁੱਤਰ ਨੂੰ ਲੱਖਾਂ ਪਤਾਲ ਲੱਖਾਂ ਆਕਾਸ਼ ਦਿਖਾਏ ਹੈ। ਉਹ ਸਾਰੀ ਕਥਾ ਇਹਦੇ ਵਿੱਚ ਹੀ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਉੱਥੇ ਜਿਹੜਾ ਹੈ ਪ੍ਰਸੰਗ ਮੱਕੇ ਮਦੀਨੇ ਵਿੱਚ ਹੋਇਆ। ਇੱਥੇ ਨਹੀਂ ਆਇਆ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਉਹ ਪੜ੍ਹ ਲਈਦਾ ਹੈ, ਜਾਂ ਭਾਈ ਮਣੀ ਸਿੰਘ ਜੀ ਨੇ ਜਿਹੜਾ ਪਹਿਲੀ ਵਾਰ ਦਾ ਟੀਕਾ ਕੀਤਾ ਭਾਈ ਗੁਰਦਾਸ ਜੀ, ਉਹਦੇ ਵਿੱਚ ਇਹ ਕਥਾ ਆਉਂਦੀਆਂ ਹੈ, ਜਿੱਥੇ ਲੱਖਾਂ ਬਤਾਲ ਲੱਖਾਂ ਆਕਾਸ਼ ਮਹਾਰਾਜ ਜੀ ਨੇ ਦਿਖਾਏ ਸਨ। ਕਾਜੀ ਦੇ ਪੁੱਤਰ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵੀ ਉਦੋਂ ਲਿਆ ਕੇ ਦਿੱਤੀ ਹੈ। ਜੇ ਕੋਈ ਸਾਨੂੰ ਪੁੱਛ ਲਏ ਵੀ ਕੜਾਹ ਪ੍ਰਸ਼ਾਦ ਦੀ ਦੇਗ ਤੁਸੀਂ ਕਿਉਂ ਬਣਾਉਂਦੇ ਹੋ, ਅਸੀਂ ਕਹਿ ਸਕਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਤੋਂ ਲਿਆ ਕੇ ਦਿੱਤੀ ਸੀ ਉਹ ਕਾਜੀ ਦੇ ਪੁੱਤਰ ਨੂੰ। ਫਿਰ ਉਹਨਾਂ ਨੇ ਛਕੀ ਸੀ ਸਾਰਿਆਂ ਨੇ। ਉੱਥੇ ਵੀ ਮਦੀਨੇ ਦੀ ਸਾਰੀ ਕਥਾ ਹੈ। ਉਹ ਪ੍ਰਸੰਗ ਆਪਾਂ ਜਿਹੜਾ ਹੈ ਵਿਸਥਾਰ ਨਾਲ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਅੰਕਿਤ ਕੀਤਾ, ਆਪਾਂ ਸਰਵਣ ਕਰ ਲਿਆ ਹੈ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਦੂਸਰੀ ਕਾਂਸ ਲਈ ਧਰ ਕਾਬੇ ਮੇ। ਜਿਹੜੀ ਇੱਕ ਖੜਾ ਹੈ ਗੁਰੂ ਸਾਹਿਬ ਜੀ ਦੀ, ਉਹ ਤੇ ਜੋ ਮਦੀਨੇ ਹੈ ਮੁਹੰਮਦ ਸਾਹਿਬ ਦੀ ਕਬਰ, ਉੱਥੇ ਉਹਨਾਂ ਮਜੌਰਾਂ ਨੇ ਮੰਗ ਕੇ ਲੈ ਲਈ ਹੈ ਤੇ ਉਹ ਪੂਜਾ ਕਰਦੇ ਹੈ। ਉਸ ਖੜਾ ਨੂੰ ਪੂਜਦੇ ਮਨਾਉਂਦੇ ਹੈ, ਸਤਿਕਾਰ ਕਰਦੇ ਹੈ। ਦੂਸਰੀ ਜਿਹੜੀ ਕੌਂਸ ਖੜਾ ਹੈ ਮਹਾਰਾਜ ਜੀ ਦੀ, ਉਹ ਕਾਬੇ ਦੇ ਜਿਹੜੇ ਮਜੌਰ ਪੁਜਾਰੀ ਹੈ ਉਹਨਾਂ ਨੇ ਉੱਥੇ ਰੱਖ ਲਈ ਹੈ। ਪੂਜਤ ਤਾਹੇ ਸਭੈ ਤੁਰਕਾਨਾ। ਸਾਰੇ ਮੁਸਲਮਾਨ ਉਹਨਾਂ ਖੜਾਵਾਂ ਨੂੰ ਪੂਜਣਾ ਕਰਦੇ ਹੈ, ਪੂਜਦੇ ਹੈ। ਤੇ ਇੱਥੋਂ ਹੀ ਸਾਨੂੰ ਸਮਝ ਲੈਣਾ ਚਾਹੀਦਾ ਵੀ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਵੀ ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ ਕੋਈ ਪੀਰ ਨਹੀਂ ਹੈ। ਜਿੱਥੋਂ ਮੁਸਲਮਾਨ ਧਰਮ ਹੋਂਦ ਵਿੱਚ ਆਇਆ, ਚੱਲਿਆ, ਉਹਨਾਂ ਵੱਡੇ ਸਥਾਨ ਹੈ ਜਿੱਥੇ ਮੁਸਲਮਾਨਾਂ ਦੇ, ਤੇ ਉੱਥੇ ਗੁਰੂ ਸਾਹਿਬ ਜੀ ਦੀਆਂ ਖੜਾਵਾਂ ਹਨ। ਤੇ ਅਸੀਂ ਐਸੇ ਗੁਰੂ ਵੱਡੇ ਪੀਰ ਨੂੰ ਛੱਡ ਕੇ ਤੇ ਪਤਾ ਨਹੀਂ ਕਿੰਨੇ ਪੀਰਾਂ ਦੇ ਵਿੱਚ ਤੁਰੇ ਫਿਰਦੇ ਹਾਂ, ਕਿੰਨਿਆਂ ਪੀਰਾਂ ਨੂੰ ਜਾ ਕੇ ਮਨਾਉਂਦੇ ਫਿਰਦੇ ਹਾਂ। ਗੁਰੂ ਘਰ ਆਈਏ ਨਾ ਆਈਏ, ਉੱਧਰ ਵੀਰਵਾਰ ਜਾਣਾ ਹੀ ਜਾਣਾ। ਕਹਿੰਦੇ ਵੀ ਇਹ ਜਾਰੇ ਬੜੇ ਹੁੰਦੇ ਹੈ, ਇਹ ਭੰਬਰ ਧਾਰੇ ਬਹੁਤ ਵਿਖਾਉਂਦੇ ਹੈ। ਤੇ ਗੁਰੂ ਸਾਹਿਬ ਜੀ ਨੂੰ ਜਿਹੜਾ ਹੈ ਅਸੀਂ ਕੋਈ ਸਮਝਦੇ ਨਹੀਂ ਹੈ। ਗੁਰੂ ਤੋਂ ਵੱਡਾ ਕੋਈ ਜਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਜੀ ਪ੍ਰਗਟ ਰੂਪ ਜਾਰੇ ਪੀਰ ਹੈ। ਇਹਨਾਂ ਤੋਂ ਵੱਡਾ ਕੋਈ ਪੀਰ ਨਹੀਂ ਹੈ। ਜਿਨ੍ਹਾਂ ਦੀਆਂ ਉਹ ਸਭ ਤੋਂ ਵੱਡਾ ਕਾਬਾ ਮੰਦਿਰ ਹੈ, ਮੱਕਾ ਮਦੀਨਾ ਹੈ, ਹੋਰ ਕੋਈ ਸਥਾਨ ਨਹੀਂ ਹੈ ਮੁਸਲਮਾਨਾਂ ਦਾ। ਤੇ ਉੱਥੇ ਮਹਾਰਾਜ ਜੀ ਦੀਆਂ ਖੜਾਵਾਂ ਪਈਆਂ ਹੋਈਆਂ। ਤੇ ਅਸੀਂ ਇੱਥੇ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ ਹੈ, ਨਾ ਕੋਈ ਸਾਡੇ ਕੋਲ ਪ੍ਰੂਫ ਹੈ ਵੀ ਇਹਨਾਂ ਕੀ ਕੀਤਾ, ਤੇ ਉੱਥੇ ਅਸੀਂ ਤੁਰੇ ਫਿਰਦੇ ਹਾਂ। ਇਹਨਾਂ ਗੱਲਾਂ ਤੋਂ ਜਿਹੜਾ ਹਟ ਕੇ ਮਹਾਰਾਜ ਜੀ ਦੇ ਆਪਣੇ ਬਚਨ ਹੈਗੇ, ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੋਇਆ ਹੈ। ਦਸਵੇਂ ਪਾਤਸ਼ਾਹ ਜੀ ਦੇ ਬਚਨ ਹੈ, ਬ੍ਰਤ ਗੌਰ ਮੜੀ ਮਟ ਭੂਲ ਨਾ ਮਾਨੈ। ਇਹ ਗੁਰੂ ਕੇ ਸਿੱਖ ਨੂੰ ਸਮਝ ਜਾਣਾ ਚਾਹੀਦਾ ਇਹਨਾਂ ਗੱਲਾਂ ਨੂੰ ਪੜ੍ਹ ਸੁਣ ਕੇ। ਹੈ ਇਹ ਆਪ ਖੁਦਾਏ ਧਰਾ ਤਾਨਾ। ਉੱਥੇ ਕਹਿੰਦੇ ਵੀ ਇਹ ਤੇ ਜੋ ਗੁਰੂ ਨਾਨਕ ਸਾਹਿਬ ਜੀ ਹੈ, ਖੁਦਾ ਨੇ ਇਹਨਾਂ ਦਾ ਸਰੀਰ ਧਾਰਨ ਕੀਤਾ ਹੋਇਆ ਤੇ ਆਪ ਹੀ ਖੁਦਾ ਆਇਆ ਹੋਇਆ ਹੈ। ਲੋਕ ਉਦਾਹਰਨ ਯੋ ਮਨ ਮਾਨਾ। ਇਉਂ ਮਨ ਵਿੱਚ ਮੰਨਿਆ ਵੀ ਲੋਕਾਂ ਦਾ ਉਧਾਰ ਕਰਨ ਵਾਸਤੇ ਸਰੀਰ ਧਾਰਨ ਕੀਤਾ ਖੁਦਾ ਨੇ ਗੁਰੂ ਨਾਨਕ ਸਾਹਿਬ ਜੀ ਦਾ। ਕੀਰਤ ਹੋਏ ਰਹੀ ਜਿਤ ਹੀ। ਜਿੱਧਰ ਕਿੱਧਰ ਵੀ ਸਤਿਗੁਰੂ ਜੀ ਦੀ ਕੀਰਤੀ ਹੋ ਰਹੀ ਹੈ, ਸਿਫਤੀ ਹੋ ਰਹੀ ਹੈ। ਤਿਤ ਉਜਲ ਸੋਹਤ ਜਾਨ ਸਮਾਨਾ। ਸਾਰੇ ਪਾਸੇ ਗੁਰੂ ਸਾਹਿਬ ਜੀ ਦੀ ਜਿਹੜੀ ਉਜਲ ਵਡਿਆਈ ਕੀਰਤੀ ਹੈ, ਉਹ ਐਵੇਂ ਸੋਭਨੀਕ ਹੋ ਰਹੀ ਹੈ ਜਿਵੇਂ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਨੀ ਹੈ, ਸੋਭਦੀ, ਬੜਾ ਪ੍ਰਕਾਸ਼ ਵਾਲੀ ਹੁੰਦੀ ਹੈ। ਉਹਦੇ ਸਮਾਨ ਹੀ ਸੋਭਨੀਕ ਹੋ ਰਹੀ ਹੈ ਗੁਰੂ ਸਾਹਿਬ ਦੀ ਕੀਰਤੀ ਵਡਿਆਈ, ਸਿਫਤ ਸਲਾਹ ਮਹਿਮਾ। ਬੈਠੇ ਹੋਤੇ ਇੱਕ ਕਾਲ ਅਕੇਲੇ ਹੀ। ਇੱਕ ਸਮੇਂ ਸਤਿਗੁਰੂ ਜੀ ਕਾਬੇ ਮੰਦਰ ਵਿੱਚ ਇਕੱਲਿਆਂ ਹੀ ਬੈਠੇ ਹੋਏ ਸਨ, ਬਿਰਾਜਮਾਨ ਸਨ। ਤਾਂ ਛਿਨ ਸ੍ਰੀ ਮੁਖ ਬੈਨ ਬਖਾਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ, ਕਬਿਤ ਹਉ ਮਰਦਾਨਾ ਬੈਸੇ ਪਾਸ ਤਿਹ ਥਾਨਾ। ਭਾਈ ਬਾਲਾ ਜੀ ਕਹਿੰਦੇ ਆ ਵੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕਿਹਾ। ਉਸ ਵੇਲੇ ਮੈਂ, ਭਾਈ ਬਾਲਾ ਅਤੇ ਮਰਦਾਨਾ ਉਸ ਕਾਬੇ ਮੰਦਰ ਵਾਲੇ ਸਥਾਨ ਤੇ ਬੈਠੇ ਹੋਏ ਸੀ। ਕਹਿ ਆਜ ਮੈਂ ਯਾਦ ਕੀਨੋ ਮਨ ਸੋਸਾ ਨਾਨਕੀ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਬਾਲਾ ਮਰਦਾਨਾ ਜੀ, ਅੱਜ ਜਿਹੜੇ ਸਾਡੇ ਭੈਣ ਵੱਡੀ ਨਾਨਕੀ ਹੈ, ਉਹਨਾਂ ਨੇ ਸਾਨੂੰ ਯਾਦ ਕੀਤਾ ਹੈ। ਚੱਲਿਓ ਅਬ ਚਾਹੀਏ ਨਾ ਬਿਲੰਬ ਕੋ ਲਗਾਈਏ। ਇਸ ਕਰਕੇ ਸਾਨੂੰ ਹੁਣੇ ਛੇਤੀ ਚੱਲਣਾ ਚਾਹੀਦਾ ਹੈ।
ਦੇਰੀ ਨਹੀਂ ਲਾਉਣੀ ਚਾਹੀਦੀ। ਸੁਧ ਲੀਜੈ ਬੇਗ ਜਾਏ ਕਰ ਪੁਰ ਸੁਲਤਾਨ ਕੀ। ਬੜੀ ਛੇਤੀ ਜਾ ਕੇ ਵੱਡੀ ਭੈਣ ਦੀ ਖਬਰਸਾਰ ਲਈਏ ਸੁਲਤਾਨਪੁਰ ਜਾ ਕਰਕੇ। ਬੋਲਿਓ ਮਰਦਾਨਾ ਅਬ ਸੰਧਿਆ ਕਾਲ ਭਇਓ ਪ੍ਰਭ। ਭਾਈ ਮਰਦਾਨਾ ਬੋਲਿਆ ਹੈ, ਮਹਾਰਾਜ ਹੁਣ ਤੇ ਸੰਧਿਆ ਦਾ ਸਮਾਂ ਹੋ ਗਿਆ ਹੈ, ਸ਼ਾਮ ਦਾ ਸਮਾਂ ਹੋ ਗਿਆ। ਰਹਿ ਰਾਸ ਦੇ ਸਮੇਂ ਨੂੰ ਸੰਧਿਆ ਕਿਹਾ ਜਾਂਦਾ ਹੈ। ਕੈਸੇ ਬਿਦ ਬਨੈ ਤਹਾਂ ਤੂਰ ਨਹੀਂ ਜਾਣ ਕੀ। ਕਿਸ ਤਰ੍ਹਾਂ ਫਿਰ ਮਹਾਰਾਜਾ ਛੇਤੀ ਜਾਣ ਦਾ ਢੰਗ ਤਰੀਕਾ ਬਣੇਗਾ, ਹੁਣ ਤੇ ਸ਼ਾਮ ਹੋ ਗਈ ਹੈ। ਰਹੋ ਇਹ ਠੌਰ ਰਹਿਣਾ ਭੋਰ ਕੋ ਪਿਆਨ ਕੀਜੈ। ਗੁਰੂ ਸਾਹਿਬ ਜੀ ਹੁਣ ਇਸੇ ਮੱਕੇ ਵਾਲੇ ਥਾਂ ਤੇ ਰਾਤ ਰਹੋ, ਸਵੇਰ ਹੁੰਦਿਆਂ ਹੀ ਚੱਲਣਾ ਕਰੀਏ। ਮਹਿਮਾਨ ਨਾ ਜਾਣ ਸਕੇ ਕਰਨਾ ਨਿਧਾਨ ਕੀ। ਭਾਈ ਬਾਲਾ ਜੀ ਕਹਿੰਦੇ ਐ ਵੀ ਗੁਰੂ ਅੰਗਦ ਦੇਵ ਸਾਹਿਬ ਜੀ, ਭਾਈ ਮਰਦਾਨਾ ਜੀ, ਗੁਰੂ ਸਾਹਿਬ ਜੋ ਕਿਰਪਾ ਦੇ ਸਮੁੰਦਰ ਹੈ, ਦਇਆ ਦੇ ਖਜ਼ਾਨੇ ਹੈ, ਮਹਿਮਾ ਨਹੀਂ ਜਾਣ ਸਕੇ। ਦੋਹਰਾ ਗੁਰੂ ਕਹਾ ਤੂਰ ਨ ਚੱਲਾ। ਗੁਰੂ ਜੀ ਕਹਿਣ ਲੱਗੇ ਵੀ ਆ ਛੇਤੀ ਚੱਲੀਏ ਆਪਾਂ, ਅਬ ਹੀ ਪੁਰ ਸੁਲਤਾਨ। ਦੇਰੀ ਨਾ ਕਰੋ, ਆ ਹੁਣੇ ਹੀ ਸੁਲਤਾਨਪੁਰ ਚੱਲਣਾ, ਇਸੇ ਸਮੇਂ ਰਾਤ ਹੀ। ਸੁਸਾ ਸੰਗ ਮਮ ਬਚਨ ਹੈ। ਭਾਈ ਬਾਲਾ ਸਾਡਾ ਜਿਹੜਾ ਬਚਨ ਹੈ ਉਹ ਵੱਡੀ ਭੈਣ ਨਾਲ ਹੈ। ਕਿਉਂ ਕਰ ਸਕੈ ਸੁਹਾਨ। ਫਿਰ ਉਹ ਬਚਨ ਹੀ ਕਿਵੇਂ ਹਾਨ ਕਰ ਸਕੀਏ, ਨਾਸ ਕਰ ਸਕੀਏ। ਅਸੀਂ ਬਚਨ ਕੀਤਾ ਵੀ ਜਦੋਂ ਵੀ ਯਾਦ ਕਰੋਗੇ ਉਸੇ ਵੇਲੇ ਹੀ ਆਵਾਂਗੇ। ਅਸ ਕਹਿ ਗਮਨੇ ਤੁਰਤ ਹੀ। ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਜੀ ਬੜੀ ਛੇਤੀ ਚੱਲੇ ਐ। ਉਤੋ ਜੋ ਸੰਧਿਆ ਕਾਲ। ਉਸ ਸਮੇਂ ਸੰਧਿਆ ਦਾ ਸਮਾਂ ਸੀ, ਰਹਿ ਰਾਸ ਦਾ ਸਮਾਂ ਸੀ, ਅੰਦਰ ਬਾਹਰ ਦਿਨ ਸੀ। ਘੜੀ ਨਿਸਾ ਬੀਤੀ ਜਬ ਹੈ। ਜਦੋਂ ਘੜੀ ਕੁ ਰਾਤ ਬੀਤੀ ਹੈ, 24 ਕੁ ਮਿੰਟ ਹੀ ਲੰਘੇ ਹਨ। ਪਹੁੰਚੇ ਨਗਰ ਕਿਰਪਾਲ। ਕਿਰਪਾਲੂ ਦਿਆਲੂ ਗੁਰੂ ਸਾਹਿਬ ਜੀ ਸੁਲਤਾਨਪੁਰ ਪਹੁੰਚ ਗਏ ਹੈ। ਕਿੱਥੇ ਕਾਬਾ ਮੰਦਿਰ ਹੈ ਸਾਊਦੀ ਅਰਬ, ਤੇ ਕਿੱਥੇ ਸੁਲਤਾਨਪੁਰ ਇੱਥੇ ਪੰਜਾਬ ਵਿੱਚ ਹੈ। ਆ ਘੜੀ ਦੇ ਵਿੱਚ ਹੀ ਮਹਾਰਾਜ ਪਹੁੰਚ ਗਏ ਹਨ। ਕਬਿਤ ਤੁਲਸਾਂ ਜੋ ਦਾਸੀ ਸੋ ਦੇਖ ਹਰ ਖਾਈ ਕਹਿ। ਜਿਹੜੀ ਤੁਲਸਾਂ ਦਾਸੀ ਸੀ ਉਹ ਗੁਰੂ ਸਾਹਿਬ ਜੀ ਨੂੰ ਆਉਂਦਿਆਂ ਦੇਖ ਕੇ ਬੜੀ ਖੁਸ਼ ਹੋਈ ਹੈ। ਬਹੁ ਜੀ ਵਧਾਈ ਤੁਮ ਪ੍ਰਾਤ ਆਇਓ ਜਾਨੀਏ। ਕਹੈ ਬਹੂ ਜੀ ਵਧਾਈ, ਕਹਿਣ ਲੱਗੇ ਐ, ਹੇ ਬਹੂ ਜੀ ਤੁਹਾਨੂੰ ਵਧਾਈ ਹੋਵੇ, ਤੁਹਾਡੇ ਭਰਾ ਗੁਰੂ ਨਾਨਕ ਸਾਹਿਬ ਆਏ ਹੈ, ਸਮਝ ਲਓ, ਜਾਣ ਲਓ। ਧਾਈ ਹਰ ਖਾਈ ਫਨ ਰਾਏ ਮਨ ਪਾਈ ਸਮਨੋ। ਭੈਣ ਨਾਨਕੀ ਦੇ ਸੁਣ ਕੇ ਦੌੜੀ ਹੈ, ਖੁਸ਼ ਹੋਈ ਹੈ, ਮਾਨੋ ਕਿ ਜੋ ਸ਼ੇਸ਼ਨਾਗ ਹੈ ਉਸਨੇ ਮਣੀ ਪਾ ਲਈ ਹੈ। ਘਰੇ ਸੁਖਦਾਈ ਸੋ ਭਾਈ ਅਪਰਮਾਨੀਏ। ਉਹ ਜਿਹੜੀ ਘੜੀ ਹੈ ਬੜੀ ਸੁਖ ਦੇਣ ਵਾਲੀ ਹੋ ਗਈ ਹੈ, ਬਹੁਤ ਹੀ। ਦੇਖ ਨਿਜ ਪਾਈ ਪਦ ਕੰਜ ਲਪਟਾਈ। ਦੇਖ ਕੇ ਆਪਣੇ ਭਰਾ ਗੁਰੂ ਨਾਨਕ ਸਾਹਿਬ ਜੀ ਨੂੰ ਤੇ ਚਰਨ ਕਮਲਾਂ ਪਰ ਆ ਲਪਟੀ ਹੈ, ਚਰਨੀ ਢਹਿ ਪਈ ਹੈ ਭੈਣ ਨਾਨਕੀ। ਗੁਰੂ ਹਾਥ ਸੋ ਉਚਾਈ ਸਨ ਮਾਨਤ ਮਹਾਨੀਏ। ਗੁਰੂ ਸਾਹਿਬ ਜੀ ਨੇ ਹੱਥਾਂ ਨਾਲ ਭੈਣ ਨਾਨਕੀ ਜੀ ਨੂੰ ਤਾਂ ਉਠਾਇਆ, ਚੁੱਕਿਆ ਹੈ, ਬਹੁਤ ਆਦਰ ਸਨਮਾਨ ਕੀਤਾ। ਕਿਹਾ ਭੈਣ ਜੀ ਇਹ ਤੁਹਾਡਾ ਨਹੀਂ ਹੈ ਫਰਜ਼। ਬੋਲੇ ਦੁਖ ਦਾਹੀ ਕਿਨੋ ਯਾਦ ਮਨ ਮਾਹੀ। ਜੋ ਦੁੱਖਾਂ ਨੂੰ ਦਗਦ ਕਰਨ ਵਾਲੇ, ਸਾੜਨ ਵਾਲੇ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਹੈ ਵੀ ਭੈਣ ਜੀ ਤੁਸਾਂ ਨੇ ਸਾਨੂੰ ਮਨ ਵਿੱਚ ਯਾਦ ਕੀਤਾ ਸੀ। ਯਾਂ ਤੇ ਆਇਓ ਤੁਮ ਪਾਹੀ ਨੀਕੇ ਹਿਰਦੇ ਪਹਿਚਾਨੀਏ। ਇਸੇ ਵਾਸਤੇ ਅਸੀਂ ਤੁਹਾਡੇ ਪਾਸ ਆਏ ਹਾਂ, ਚੰਗੀ ਤਰ੍ਹਾਂ ਹਿਰਦੇ ਵਿੱਚ ਜਾਣੀਏ, ਪਹਿਚਾਨੀਏ। ਦੋਹਰਾ ਮਨ ਚ ਡਸਾਇਓ ਬੈਸ ਗਏ। ਫਿਰ ਮਿਲ ਜੁਲ ਕੇ ਭੈਣ ਨਾਨਕੀ ਜੀ ਨੇ ਪਲੰਘ ਡਾਇਆ ਹੈ ਤੇ ਗੁਰੂ ਸਾਹਿਬ ਜੀ ਬੈਠ ਗਏ ਹੈ। ਬੋਲੇ ਬਾਹਰ ਕਿਰਪਾਲ। ਕਿਰਪਾਲੋ ਸਤਿਗੁਰ ਜੀ ਮੁੜ ਬਚਨ ਬੋਲੇ। ਕਹੋ ਸੁਸਾ ਨਿਜ ਕਾਜ ਅਬ। ਕਿਹਾ ਹੈ ਭੈਣ ਜੀ ਆ
ਜੋ ਵੀ ਤੁਹਾਡਾ ਹੁਣ ਕੋਈ ਕੰਮਕਾਰ ਹੈ ਉਹ ਕਹਿ ਦਿਓ, ਦੱਸ ਦਿਓ। ਪੂਰ ਹੈ ਸੋ ਤਤਕਾਲ। ਉਹ ਬੜੀ ਛੇਤੀ ਅਸੀਂ ਤੁਹਾਡਾ ਕੰਮ ਪੂਰਾ ਕਰ ਦਿਆਂਗੇ। ਕਬਿਤ ਨਾਨਕੀ ਕਹਿਤ ਚਿਤ ਚਾਹੇ ਦਰਸ਼ਨ ਹਿਤ। ਭੈਣ ਨਾਨਕੀ ਜੀ ਕਹਿਣ ਲੱਗੇ ਆ ਵੀ ਮਹਾਰਾਜ ਕੰਮ ਤੇ ਕੋਈ ਨਹੀਂ ਸੀ, ਕੰਮ ਤੇ ਇਹੀ ਸੀ ਵੀ ਤੁਹਾਡੇ ਦਰਸ਼ਨਾਂ ਦੇ ਚਿੱਤ ਵਿੱਚ ਬਹੁਤ ਚਾਹਨਾ ਸੀ, ਦਰਸ਼ਨ ਕਰਨ ਵਾਸਤੇ ਬਹੁਤ ਇੱਛਾ ਸੀ ਸਾਡੇ। ਦੀਨੋ ਚਿਤ ਮਿਲੇ ਬਿਨ ਬਰਖ ਬਿਹਾਏ ਹੈ। ਤੁਹਾਨੂੰ ਯਾਦ ਕੀਤਾ ਸੀ ਜੀ ਵਿੱਚ, ਤੇ ਕਿਉਂਕਿ ਮਿਲਿਆਂ ਨੂੰ ਬਹੁਤ ਸਾਲ ਮਹਾਰਾਜ ਬੀਤ ਗਏ ਹਨ। ਭਰਾਤ ਨਾ ਵਿਸਾਰੀ ਮੋਹੇ ਮੋਹ ਕੋ ਚਾਹ ਦੇਖੋ ਤੋਹੇ। ਤੇ ਮੈਂ ਵਿਚਾਰੇ ਵੀ ਵੇਖ ਲੋ ਸਾਡੇ ਭਰਾ ਗੁਰੂ ਨਾਨਕ ਸਾਹਿਬ ਜੀ ਨੇ ਤੇ ਸਾਨੂੰ ਭੁਲਾ ਹੀ ਦਿੱਤਾ ਹੈ, ਤੇ ਮੈਨੂੰ ਮਹਾਰਾਜ ਤੁਹਾਡਾ ਦਰਸ਼ਨ ਦੇਖਣ ਦੀ ਬਹੁਤ ਚਾਹਨਾ ਇੱਛਾ ਸੀ। ਐਸੇ ਕਹਿ ਆਖਨ ਤੇ ਆਸਨ ਦੁਰਾਏ ਹੈ। ਇਸ ਤਰ੍ਹਾਂ ਕਹਿ ਕਰਕੇ ਵੱਡੀ ਭੈਣ ਨਾਨਕੀ ਜੀ ਦੇ ਅੱਖਾਂ ਦੇ ਜਿਹੜੇ ਅਥਰੂ ਹੈ ਨਾ ਉਹ ਸੁੱਟੇ ਹੈ, ਵਿਰਾਗ ਜਿਹਾ ਆ ਗਿਆ, ਨੇਤਰਾਂ 'ਚ ਜਲ ਘੇਰਾਇਆ ਹੈ। ਪਹੁੰਚ ਮੁਖ ਹਾਥ ਸਾਥ ਬੂਝੈ ਸੁਖ ਗਾਥ ਪੁਨ। ਫਿਰ ਆਪਣੇ ਹੱਥਾਂ ਨਾਲ ਮੁਖ ਨੂੰ ਸਾਫ਼ ਕੀਤਾ, ਪੂੰਝਣਾ ਕੀਤਾ ਤੇ ਸੁਖ ਸਾਂਦ ਪੁੱਛਣੀ ਕੀਤੀ ਹੈ ਵੀ ਮਹਾਰਾਜ ਕੀ ਠੀਕ ਠਾਕ ਰਹੇ ਹੋ ਤੁਸੀਂ ਨਾ ਸਮਾਂ। ਹੋਵਾਂਗੇ ਸਮੀਪ ਜਾਂਤੇ ਤੂਰ ਨਹੀਂ ਆਏ ਹੈ। ਆ ਤੁਸੀਂ ਮਹਾਰਾਜ ਨੇੜੇ ਹੋ ਗਏ, ਇਸੇ ਵਾਸਤੇ ਬੜਾ ਛੇਤੀ ਆ ਗਏ ਆ, ਘੜੀ ਪਹਿਲਾਂ ਹੀ ਯਾਦ ਕੀਤਾ ਸੀ ਤੁਹਾਨੂੰ। ਭਾਖਾ ਮਰਦਾਨਾ ਯਾਰ ਜਾਦੀ ਸੁਣ ਲੀਜੇ। ਭਾਈ ਮਰਦਾਨਾ ਜੀ ਕਹਿਣ ਲੱਗੇ ਆ ਵੀ ਆ ਸ੍ਰੇਸ਼ਟ ਦੀ ਪੁੱਤਰੀ ਆ, ਸਾਡਾ ਬਚਨ ਸੁਣ ਲਓ। ਹਿਤ ਤੇਰੇ ਹੀ ਹਜ਼ਾਰ ਕੋਸ ਕੇਤੇ ਤਜ ਧਾਏ ਹੈ। ਆ ਤੇ ਤੁਹਾਡੇ ਵਾਸਤੇ ਕਿੰਨੇ ਹਜ਼ਾਰਾਂ ਕੋ ਛੱਡ ਕੇ ਮਹਾਰਾਜ ਛੇਤੀ ਨਾਲ ਆਏ ਹੈ। ਕਬਿਤ ਸ਼ੈਨ ਵਿਖੇ ਆਏ ਕੇਤੇ ਬਰਖ ਕੋ ਪੰਥ ਜੋ ਆ ਕਿੰਨਿਆਂ ਸਾਲਾਂ ਦਾ ਰਸਤਾ ਸੀ, ਬੜੀ ਛੇਤੀ ਛੱਡ ਕੇ ਤੁਹਾਡੇ ਵਾਸਤੇ ਆਏ ਹੈ ਸੁਲਤਾਨਪੁਰ। ਨਾਨਕ ਜੀ ਨਾਨਨ ਕੀ ਸੈਨ ਸੋ ਨਿਵਾਰਿਆ। ਗੁਰੂ ਸਾਹਿਬ ਜੀ ਨੇ ਆਪਣੇ ਨੇਤਰਾਂ ਦੀ ਸੈਨਤ ਨਾਲ ਇਸ਼ਾਰੇ ਨਾਲ ਹੀ ਭਾਈ ਮਰਦਾਨੇ ਨੂੰ ਮਨੇ ਕੀਤਾ ਵੀ ਐਵੇਂ ਸਾਰਾ ਕੁਝ ਨਾ ਬੋਲੀ ਜਾਓ ਤੁਸੀਂ। ਸੋਦਰੀ ਸੋ ਕਹਿ ਚਿਤ ਚਿਤਵਨ ਪੂਰੀ ਭਈ। ਗੁਰੂ ਸਾਹਿਬ ਜੀ ਭੈਣ ਨਾਨਕੀ ਜੀ ਨੂੰ ਕਹਿਣ ਲੱਗੇ ਵੀ ਭੈਣ ਜੀ ਆ ਜਿਹੜੀ ਚਿੱਤ ਵਿੱਚ ਤੁਹਾਡੀ ਇੱਛਾ ਹੈ ਉਹ ਪੂਰੀ ਹੋ ਗਈ ਹੈ ਹੁਣ। ਦੀਜੇ ਅਬ ਆਏ ਸਭ ਲੰਬ ਕੋ ਬਿਦਾਰਿਆ। ਦੇਰੀ ਨੂੰ ਛੱਡ ਕੇ ਦੂਰ ਕਰਕੇ ਹੁਣ ਸਾਨੂੰ ਚਲੇ ਜਾਣ ਦੀ ਆਗਿਆ ਦੇਈ, ਹੁਣ ਅਸੀਂ ਚਲੇ ਜਾਈਏ। ਜੀਜੇ ਆਗੇ ਬਿਨਾ ਕੀਜੈ ਖੁਸ਼ੀ ਕਹਿ ਦੀਜੈ ਤੁਮਾ। ਜੀਜਾ ਭਾਈਆ ਜੈ ਰਾਮ ਜੀ ਅੱਗੇ ਸਾਡੀ ਬੇਨਤੀ ਕਹਿ ਦੇਣੀ, ਭਾਵ ਨਮਸਕਾਰ ਕਹਿ ਦੇਣੀ, ਤੇ ਸਾਨੂੰ ਹੁਣ ਤੁਸੀਂ ਖੁਸ਼ੀਆਂ ਦੇ ਦਈਏ, ਆਗਿਆ ਦੇ ਦਈਏ ਜਾਣ ਦੀ। ਪੰਥ ਪਰ ਠਾਂਡੇ ਹਮ ਚਾਹਤ ਪਧਾਰਿਆ। ਕਿਉਂਕਿ ਅਸੀਂ ਆ ਰਸਤੇ ਵਿੱਚ ਹੀ ਖੜੇ ਹੋਏ ਹਾਂ, ਰਸਤੇ ਵਿੱਚ ਹੀ ਖੜੇ ਹਾਂ, ਅੱਗੇ ਚੱਲਣਾ ਚਾਹੁੰਦੇ ਹਾਂ। ਐਸੇ ਸੋਨ ਬੈਨ ਪਇਓ ਹਿਓ ਬਿਨ ਚਾਨ। ਵੱਡੀ ਭੈਣ ਨਾਨਕੀ ਜੀ ਐਸੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਜਿਹੜਾ ਹਿਰਦਾ ਬੇਚੈਨ ਜਿਹਾ ਹੋ ਗਿਆ ਵੀ ਹਜੇ ਘੜੀ ਨਹੀਂ ਹੋਈ ਤੇ ਫਿਰ ਕਹਿੰਦੇ ਵੀ ਚਲੇ ਜਾਣਾ ਅਸੀਂ। ਬਹੁ ਰੋਦਨ ਤੇ ਨਾਨਕਾਰ ਆਸਨ ਕੋ ਢਾਰਿਆ। ਬਹੁਤ ਜਿਹੜਾ ਰੋਣਾ ਕੀਤਾ ਹੈ ਤੇ ਨੇਤਰਾਂ ਵਿੱਚ ਜਿਹੜੇ ਅਥਰੂ ਹੈ ਸੁੱਟਣੇ ਕੀਤੇ ਹੈ ਵੀ ਕਿੰਨੇ ਸਾਲ ਹੋ ਗਏ ਮਿਲਿਆਂ ਨੂੰ ਪਹਿਲਾਂ ਹੀ, ਜੇ ਆਏ ਆ ਤੇ ਹੁਣੇ ਹੀ ਕਹਿਣ ਲੱਗੇ ਵੀ ਅਸੀਂ ਚਲੇ ਜਾਣਾ ਹੈ। ਕਬਿਤ ਸ੍ਰੀ ਚੰਦ ਆਨ ਕੀਨ ਠਾਂਡੋ ਅਗਵਾਨ ਜਬ। ਫਿਰ ਜਦੋਂ ਭੈਣ ਨਾਨਕੀ ਜੀ ਨੇ ਜੋ ਸ੍ਰੀ ਚੰਦ ਨੂੰ ਪਾਲ ਰਹੇ ਸਨ ਕੋਲ ਰੱਖ ਕੇ, ਬਾਬਾ ਸ੍ਰੀ ਚੰਦ ਜੀ ਨੂੰ ਲਿਆ ਕਰਕੇ ਮਹਾਰਾਜ ਜੀ ਦੇ ਅੱਗਿਆਂ ਖੜੇ ਕਰ ਦਿੱਤਾ। ਬੰਦੇ ਮੈਂ ਦੋ ਪਾਨ ਤਬ ਬੈਨ ਕੋ ਬਖਾਨੇ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਆਪਣੇ ਦੋਵੇਂ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਬਚਨ ਕਿਹਾ। ਸੋਦਰੀ ਰੁਦਨ ਬਿਲ ਖਾਤ ਹੈ ਬਦਨ। ਮਹਾਰਾਜ ਵੇਖੋ ਤੁਹਾਡੀ ਵੱਡੀ ਭੈਣ ਰੋਣਾ ਕਰ ਰਹੀ ਹੈ,
ਮੁਖ ਵੇਖੋ ਕਿਵੇਂ ਦੁਖੀ ਹੋ ਰਹੀ ਹੈ। ਨਹੀਂ ਜੀਜਾ ਹੈ ਸਦਨ ਆਜ ਰਹੋ ਨਾ ਪਿਆਨਿਆ। ਤੁਹਾਡਾ ਜੋ ਜੀਜਾ ਭਾਵ ਭਾਈਆ ਜੈ ਰਾਮ ਜੀ ਉਹ ਵੀ ਘਰ ਨਹੀਂ ਹੈ ਤੇ ਮਹਾਰਾਜ ਅੱਜ ਇੱਥੇ ਰਹੋ, ਤੁਸੀਂ ਨਾ ਚੱਲਣਾ ਕਰੋ, ਨਾ ਜਾਓ। ਗੁਰੂ ਗਤ ਦਾਨ ਰਹੇ ਨਾਨਕੀ ਕੇ ਐਨ ਰੈਨ। ਗੁਰੂ ਜੋ ਮੁਕਤੀ ਦਾਤੇ ਹੈ ਗੁਰੂ ਸਾਹਿਬ ਜੀ, ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਵੀ ਮੇਰੇ ਜਿਹੜੇ ਬਚਨ ਮੰਨ ਕੇ ਰਹੇ ਹੈ ਭੈਣ ਨਾਨਕੀ ਦੇ ਘਰ ਹੀ। ਮੇਰੇ ਬੈਨ ਸੁਨੇ ਤਬ ਸੁਖ ਦਾਨ ਮਾਨਿਆ। ਸੁੱਖਾਂ ਦਾ ਦਾਨ ਦੇਣ ਵਾਲੇ ਸਤਿਗੁਰਾਂ ਨੇ ਭਾਈ ਬਾਲਾ ਜੀ ਕਹਿੰਦੇ ਮੇਰੇ ਬਚਨ ਮੰਨ ਕੇ ਤੇ ਉਹ ਜਿਹੜੀ ਰਾਤ ਹੈ ਭੈਣ ਨਾਨਕੀ ਦੇ ਘਰ ਹੀ ਰਹੇ ਹੈ। ਕਵਲ ਬਦਨ ਸੁਠ ਗਿਆਨ ਕੋ ਸਦਨ। ਜਿਨ੍ਹਾਂ ਸਤਿਗੁਰਾਂ ਦਾ ਮੁਖ ਕਵਲ ਵਰਗਾ ਮੁਖ ਹੈ, ਬੜਾ ਸੋਹਣਾ, ਗਿਆਨ ਦੇ ਤੇ ਘਰ ਹੀ ਹਨ। ਦਾਸ ਮੋਹ ਕੋ ਕਦਨ ਦਰਸ਼ਨ ਦੁਖ ਹਾਨਿਆ। ਜੋ ਆਪਣੇ ਦਾਸਾਂ ਦੇ ਮੋਹ ਨੂੰ ਕੱਟਣ ਵਾਲੇ ਹੈ, ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕੀਤਿਆਂ ਸਾਰੇ ਦੁੱਖ ਕਲੇਸ਼ ਔਗਣ ਨਾਸ ਹੋ ਜਾਂਦੇ ਹੈ। ਕਬੇਤ ਆਇਓ ਹੈ ਜੈ ਰਾਮ ਦੌਰ ਕੀਨੀ ਹੈ ਪਰਮਾਨ। ਇੰਨੇ ਨੂੰ ਭਾਈਆ ਜੈ ਰਾਮ ਜੀ ਵੀ ਆ ਗਏ ਹੈ ਤੇ ਦੌੜ ਕਰਕੇ ਵੀ ਗੁਰੂ ਨਾਨਕ ਸਾਹਿਬ ਆਏ ਹੋਏ ਹੈ, ਭੱਜ ਕੇ ਆ ਕੇ ਨਮਸਕਾਰ ਕੀਤੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਤੇ। ਗੁਰ ਹਾਥ ਸੋ ਉਚਾਈ ਤਾਂ ਕੋ ਬੰਦਨਾ ਕਰਤ ਹੈ। ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਹੀ ਭਾਈਆ ਜੈ ਰਾਮ ਜੀ ਨੂੰ ਤਾਂ ਚੁੱਕਿਆ ਹੈ, ਤਾਂ ਚੁੱਕ ਕੇ ਤੇ ਆਪ ਸਤਿਕਾਰ ਕੀਤਾ, ਮੱਥਾ ਟੇਕਿਆ ਹੈ ਤੇ ਕਿਹਾ ਵੀ ਭਾਈਆ ਜੀ ਤੁਹਾਡਾ ਫਰਜ਼ ਨਹੀਂ ਹੈ, ਅਸੀਂ ਤੁਹਾਡੇ ਤੋਂ ਛੋਟੇ ਹਾਂ, ਤੁਸੀਂ ਕਾਹਨੂੰ ਸਾਨੂੰ ਮੱਥਾ ਟੇਕਦੇ ਹੋ। ਪੂਜਤ ਕੁਸ਼ਲ ਬੈਸੇ ਸਾਦਰ ਸੇ ਮਿਲ। ਇਸ ਤਰ੍ਹਾਂ ਆਨੰਦ ਕੁਸ਼ਲ ਜਿਹੜੀ ਪੁੱਛੀ ਆਪੋ ਵਿੱਚ ਰਾਜੀ ਖੁਸ਼ੀ ਤੇ ਬੜੇ ਸਤਿਕਾਰ ਨਾਲ ਮਿਲ ਕੇ ਬੈਠੇ ਹੈ ਭਾਈ ਬਾਲਾ ਜੀ, ਭਾਈਆ ਜੈ ਰਾਮ ਗੁਰੂ ਨਾਨਕ ਸਾਹਿਬ ਜੀ। ਨੀਕੇ ਭੋਜਨ ਕਰਾਇਓ ਸ਼ੋਕ ਮਨ ਕੇ ਹਰਤ ਹੈ। ਚੰਗਾ ਜਿਹੜਾ ਭੋਜਨ ਉਹ ਤਿਆਰ ਕਰਵਾਇਆ ਹੈ, ਮਨ ਦੇ ਸਾਰੇ ਜਿਹੜੇ ਸੋਕ ਗਮ ਉਹ ਨਾਸ ਕੀਤੇ ਮਿਲ ਜੁਲ ਕੇ। ਖਾਏ ਕੇ ਅਸਨ ਪਾਡੇ ਸੁਭਗ ਬਸਨ ਲਿਆ। ਗੁਰੂ ਸਾਹਿਬ ਜੀ ਭੋਜਨ ਛਕ ਕਰਕੇ ਸੋਹਣਾ ਜਿਹੜਾ ਬਿਸਤਰਾ ਉਸ ਉੱਪਰ ਲੇਟ ਗਏ ਹੈ ਸੋਹਣੇ ਪਲੰਗ ਦੇ, ਨਹੀਂ ਤੇ ਸਾਲ ਹੀ ਬੀਤ ਗਏ ਗੁਰੂ ਸਾਹਿਬ ਜੀ ਨੂੰ। ਇਵੇਂ ਜੰਗਲਾਂ ਵਿੱਚ ਕਦੀ ਇੱਧਰ ਇਸ ਤਰ੍ਹਾਂ ਹੀ ਬਿਰਾਜਦੇ ਸਨ ਧਰਤੀ ਉੱਪਰ ਹੀ, ਤੇ ਇੱਥੇ ਹੁਣ ਘਰ ਆਏ ਹੈ ਭੈਣ ਨਾਨਕੀ ਜੀ ਦੇ, ਸੋਹਣਾ ਜਿਹੜਾ ਬਿਸਤਰਾ ਲੈ ਕੇ ਆਸਣ ਤੇ ਲੇਟ ਗਏ, ਬਿਰਾਜ ਗਏ ਹਨ। ਜਾ ਕੇ ਦਰਸ਼ਨ ਭਵ ਬੰਧਨ ਕਰਤ ਹੈ। ਭਾਈ ਬਾਲਾ ਜੀ ਕਹਿੰਦੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨ ਨਾਲ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਸਾਰੇ ਟਲ ਜਾਂਦੇ ਹਨ। ਡੇਢ ਜਾਮ ਜਾਮਨੀ ਤੇ ਕਿਨੋ ਇਸਨਾਨ ਨੀਰ। ਜਦੋਂ 1:30 ਪਹਿਰ ਰਾਤ ਰਹਿ ਗਈ ਹੈ, ਭਾਵ ਰਾਤ ਦਾ 1:15 ਵੱਜ ਗਿਆ ਹੈ, ਤੇ ਉਸ ਵੇਲੇ ਮਹਾਰਾਜ ਨੇ ਜਲ ਲੈ ਕੇ ਇਸ਼ਨਾਨ ਕਰ ਲਿਆ ਹੈ। ਜਗਤ ਉਦਾਰ ਬੇ ਕੀ ਕਾਮਨਾ ਤਰਤ ਹੈ। ਜੋ ਸਤਿਗੁਰ ਜੀ ਸੰਸਾਰ ਨੂੰ ਤਾਰਨ ਦੀ ਕਾਮਨਾ ਰੱਖਦੇ ਹੈ। ਕਬੇਤ ਭੌਰ ਪਾਈ ਚੱਲ ਬੇ ਕੋ ਤਿਆਰ ਭਏ। ਦੀਨਾਨਾਥ ਇਸ ਤਰ੍ਹਾਂ ਮਹਾਰਾਜ ਸਵੇਰ ਜਿਹੜੀ ਹੋਈ ਹੈ ਤੇ ਚੱਲਣ ਲਈ ਤਿਆਰ ਹੋਏ ਹੈ। ਗਰੀਬਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਬੋਲੇ ਮਰਦਾਨੇ ਸੋਰ ਬਾਬ ਕੰਦੇ ਲੀਜੀਏ। ਭਾਈ ਬਾਲਾ ਮਰਦਾਨਾ ਜੀ ਨੂੰ ਕਿਹਾ ਵੀ ਮਰਦਾਨਿਆਂ ਜਿਹੜਾ ਰਬਾਬ ਹੈ, ਸਾਜ਼ ਹੈ, ਉਹਨੂੰ ਆਪਣੇ ਮੋਢਿਆਂ ਦੇ ਚੱਕ ਲੈ। ਸੁਸਾ ਸੁਨ ਆਈ ਬਾਣੀ ਬਦਨ ਅਲਾਈ। ਸੁਣ ਕੇ ਵੀ ਗੁਰੂ ਸਾਹਿਬ ਜੀ ਤੇ ਆ ਤੜਕੇ ਲੈ 1:30 ਵੱਜਾ ਹੈ, 2 ਹੀ ਵਜੇ ਹੈ, ਚੱਲੇ ਹੈ। ਭੈਣ ਨਾਨਕੀ ਜੀ ਸੁਣ ਕੇ ਆਏ ਹੈ ਤੇ ਮੁੱਖੋਂ ਬਾਣੀ ਬਚਨ ਕਹਿਣ ਲੱਗੇ ਵੀ ਮਹਾਰਾਜ ਵੱਡੇ ਛੋਟੇ ਵੀਰ ਜੀ, ਏਕ ਮਾਸ ਰਹੋ ਭਾਈ ਮੇਰੀ ਬੇਨਤੀ ਮਨੀ ਜੀਏ। ਇਹ ਭਰਾ ਗੁਰੂ ਨਾਨਕ ਸਾਹਿਬ ਜੀ 1 ਮਹੀਨਾ ਮੇਰੇ ਕੋਲ ਰਹੋ, ਮੇਰੀ ਬੇਨਤੀ ਸੁਣ ਲੀਜੀਏ। ਹਿਰਦੇ ਨਿਤ ਚਾਹ ਕੇਤੇ ਦਿਨ ਮੈਂ ਦਿਖਾਇਓ ਮੁਖ। ਸਾਨੂੰ ਤੇ ਤੁਹਾਡੇ ਦਰਸ਼ਨਾਂ ਦੀ ਹਮੇਸ਼ਾ ਹੀ ਹਿਰਦੇ ਵਿੱਚ ਚਾਹਨਾ ਰਹਿੰਦੀ ਹੈ। ਤੁਸਾਂ ਨੇ ਹੁਣ ਦਰਸ਼ਨ ਕੀਤਾ ਹੈ, ਕਿੰਨੇ ਦਿਨ ਹੋ ਗਏ ਮਹਾਰਾਜ ਆਪਣਾ ਮੁਖ ਦਿਖਾਇਆ, ਤੁਸਾਂ ਨੇ ਬੜੀ
ਸਮੇਂ ਬਾਅਦ। ਮੋਹ ਕੋ ਸੁਖ ਦੀਜਨ ਜ ਸਦਨ ਰਹੀ ਜੀਏ। ਇੱਥੇ ਸਾਡੇ ਕੋਲ ਹੀ ਰਹਿ ਕੇ ਦਰਸ਼ਨ ਦੇ ਕੇ ਸੁਖ ਦੇਈਏ, ਸਾਡੇ ਘਰ ਵਿੱਚ ਹੀ ਰਹੋ ਗੁਰੂ ਸਾਹਿਬ ਜੀ। ਭਾਖਤ ਜੈ ਰਾਮ ਐਸੋ ਕੌਣ ਤੁਮ ਕਾਮ। ਇਹਨਾਂ ਨੂੰ ਭਾਈਆ ਜੈ ਰਾਮ ਜੀ ਬੋਲੇ ਹੈ, ਕਹਿਣ ਲੱਗੇ ਵੀ ਮਹਾਰਾਜ ਤੁਹਾਨੂੰ ਇਸ ਤਰ੍ਹਾਂ ਦਾ ਕਿਹੜਾ ਕੰਮ ਹੈ ਜ਼ਰੂਰੀ। ਬਨ ਫਿਰੇ ਬਹੁ ਕਾਲ ਬਿਸਰਾਮ ਅਬ ਕੀਜੀਏ। ਤੁਸੀਂ ਵੇਖ ਲਓ ਕਿੰਨੇ ਲੰਮਾ ਸਮਾਂ ਜਿਹੜਾ ਪ੍ਰਦੇਸ਼ਾਂ ਵਿੱਚ ਫਿਰੇ ਹੋ, ਵਿਚਰੇ ਹੋ। ਹੁਣ ਕੁਝ ਸਮਾਂ ਇੱਥੇ ਰਹਿ ਕੇ ਵਿਸ਼ਰਾਮ ਕਰ ਲਈਏ, ਇੱਥੇ ਠਹਿਰ ਜਾਓ 1 ਮਹੀਨਾ। ਕਬੇਤ ਕਮਲ ਬਦਨ ਬੋਲੇ ਹਿਰਦਾ ਜਿਨ ਮਿਲਿਓ ਹੋਤ। ਗੁਰੂ ਸਾਹਿਬ ਜੀ ਕਮਲ ਵਰਗੇ ਮੁਖ ਤੋਂ ਬਚਨ ਬੋਲਿਆ ਵੀ ਵੇਖੋ ਭਾਈਆ ਜੈ ਰਾਮ ਜੀ, ਜਿਨ੍ਹਾਂ ਦਾ ਹਿਰਦਾ ਅੰਦਰੋਂ ਮਿਲਿਆ ਹੁੰਦਾ ਹੈ, ਇੱਕਮਿਕ ਹੋਏ ਹੁੰਦੇ ਐ। ਸੋਈ ਸਦਾ ਮਿਲੇ ਬਿਰਥ ਕਬੈ ਨਾ ਲਖੀ ਜੀਏ। ਉਹ ਜਿਹੜੇ ਪਿਆਰੇ ਨਾ ਅੰਦਰੋਂ ਮਿਲੇ ਹੋਏ ਸਦਾ ਹੀ ਮਿਲੇ ਰਹਿੰਦੇ ਐ, ਉਹਨਾਂ ਵਿੱਚ ਕਦੀ ਵਿਥ ਨਹੀਂ ਹੁੰਦੀ, ਫਰਕ ਨਹੀਂ ਜਾਣਿਆ ਜਾਂਦਾ, ਫਰਕ ਨਹੀਂ ਵੇਖਿਆ ਜਾਂਦਾ, ਰਾਤ ਦਿਨ ਮਿਲੇ ਰਹਿੰਦੇ ਅੰਦਰੋਂ। ਸੁਸਾ ਮੋਹ ਨਾਸ਼ ਕਰ ਗਿਆਨ ਕੋ ਵਿਚਾਰ ਔਰ। ਇਸ ਕਰਕੇ ਸਾਡੀ ਵੱਡੀ ਭੈਣ ਮੋਹ ਜਿਹੜਾ ਨੂੰ ਨਾਸ਼ ਕਰ, ਖਤਮ ਕਰ। ਜਿਹੜਾ ਗਿਆਨ ਉਹਦੀ ਹਿਰਦੇ 'ਚ ਵਿਚਾਰ ਕਰ ਵੀ ਗਿਆਨ ਕਹਿੰਦਾ ਮੋਹ ਛੱਡ ਦੋ। ਮਿਲਨ ਵਿਯੋਗ ਤਨ ਧਰਮ ਜਨੀ ਜੀਏ। ਆ ਜਿਹੜਾ ਮਿਲਣਾ ਹੈ ਤੇ ਫਿਰ ਵਿਛੜ ਜਾਣਾ ਹੈ, ਇਹਦੇ ਸਰੀਰ ਦਾ ਧਰਮ ਜਾਣ ਲਈਏ ਵੀ ਸਰੀਰਾਂ ਕਰਕੇ ਮਿਲਣਾ ਹੁੰਦਾ ਤੇ ਇਹ ਸਰੀਰ ਜਿਹੜੇ ਵਿਛੜ ਵੀ ਜਾਂਦੇ ਹੈ। ਮਿਲਣਾ ਜੁਲਣਾ ਸੰਜੋਗ ਵਿਜੋਗ ਇਹ ਸਰੀਰ ਦਾ ਧਰਮ ਹੈ। ਚੱਲਿਓ ਅਬ ਚਾਹ ਹਮ ਪੰਥ ਪਰ ਅਹ ਖਰੇ। ਕਿਉਂਕਿ ਅਸੀਂ ਹੁਣ ਰਸਤੇ ਉੱਪਰ ਹੀ ਖੜੇ ਆ, ਅਸੀਂ ਹੁਣ ਚੱਲਣਾ ਚਾਹੁੰਦੇ ਹਾਂ। ਦੀਜੀਏ ਰਜਾਏ ਨਾ ਬਿਲੰਬ ਕੋ ਲਗੀਜੀਏ। ਇਸ ਕਰਕੇ ਭੈਣ ਨਾਨਕੀ ਜੀ ਭਾਈਆ ਜੈ ਰਾਮ ਜੀ ਦੇਰ ਨਾ ਕਰੀਏ, ਸਾਨੂੰ ਆਗਿਆ ਦੇ ਦਈਏ ਖੁਸ਼ੀ ਨਾਲ। ਰਹਿ ਪੁਨ ਆਈ ਤੁਮ ਨਿਕਟ ਸਦਾਈ। ਫਿਰ ਅਸੀਂ ਆਵਾਂਗੇ ਤੁਹਾਡੇ ਕੋਲ ਹਮੇਸ਼ਾ ਹੀ ਸਦਾ ਵਾਸਤੇ ਰਹਾਂਗੇ। ਮਨ ਸ਼ੌਕ ਕੋ ਨਸਾਈ ਮੇਰੋ ਬਿਆਨ ਮੰਨ ਲੀਜੀਏ। ਮਨ ਦਾ ਜਿਹੜਾ ਗਮ ਹੈ ਨਾ ਵੱਡੀ ਭੈਣ ਨੂੰ ਨਾਸ ਕਰ, ਸਾਡਾ ਬਚਨ ਮੰਨ ਲਈਏ। ਕਬੇਤ ਨਾਨਕੀ ਅਲਾਈ ਕਬ ਮਿਲੋ ਫਿਰ ਆਈ। ਹੁਣ ਗੁਰੂ ਸਾਹਿਬ ਜੀ ਅੱਗੇ ਕਿਸੇ ਦਾ ਵੱਸ ਤੇ ਹੈ ਨਹੀਂ ਹੈ, ਮਹਾਰਾਜ ਆਪਣੀ ਮੌਜ ਦੇ ਮਾਲਕ ਹੈ। ਭੈਣ ਨਾਨਕੀ ਜੀ ਕਹਿਣ ਲੱਗੇ ਵੀ ਮਹਾਰਾਜ ਫਿਰ ਕਦੋਂ ਆ ਕੇ ਮਿਲੋਗੇ ਸਾਨੂੰ। ਕਹਿ ਨਾਨਕ ਜੀ ਯਾਦ ਕਰੋ ਦੇਹੋ ਮੈਂ ਦੀਦਾਰ ਕੋ। ਮਹਾਰਾਜ ਕਹਿਣ ਲੱਗੇ ਵੱਡੀ ਭੈਣ ਜਦੋਂ ਹੀ ਯਾਦ ਕਰੋਗੇ ਉਦੋਂ ਹੀ ਆ ਮਿਲਾਂਗੇ, ਉਦੋਂ ਹੀ ਦਰਸ਼ਨ ਦੇ ਦੇਵਾਂਗੇ ਆ ਕੇ। ਸੰਗ ਮਰਦਾਨਾ ਮੁਕੋ ਲੈ ਕੇ ਗੁਰ ਚੱਲੇ ਤਬ। ਭਾਈ ਬਾਲਾ ਜੀ ਕਹਿੰਦੇ ਵੀ ਨਾਲ ਮਰਦਾਨੇ ਨੂੰ ਲੈ ਕੇ ਤੇ ਮੈਨੂੰ ਲੈ ਕੇ ਸਤਿਗੁਰੂ ਜੀ ਤੜਕੇ ਚੱਲੇ ਐ। ਜਾਂ ਕੇ ਵਾਕ ਨੌਕਾ ਭਵ ਸਾਗਰ ਕੇ ਪਾਰ ਕੋ। ਜਿਨ੍ਹਾਂ ਸਤਿਗੁਰਾਂ ਦੇ ਬਚਨ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਬੇੜੀ ਵਾਂਗ ਹੈ, ਆਪ ਗੁਰੂ ਸਾਹਿਬ ਜੀ ਜਹਾਜ਼ ਵਾਂਗ ਹੈ, ਬਚਨ ਉਹਨਾਂ ਦੇ ਬੇੜੀ ਵਾਂਗ ਹਨ। ਚਾਰ ਕਟੀਰਾਂ ਕੁਝ ਕਿਨੋ ਦੂਰ ਗਏ ਚੱਲ। ਜਦੋਂ 4 ਘੜੀਆਂ ਰਾਤ ਰਹਿ ਗਈ ਹੈ, ਮਹਾਰਾਜ ਜੀ ਉਸ ਵੇਲੇ ਕੂਚ ਕੀਤਾ, ਚੱਲਣਾ ਕੀਤਾ। ਭਾਵ 4:15 4:30 ਹੀ ਮਹਾਰਾਜ ਚੱਲ ਪਏ ਹੈ। ਸੁਲਤਾਨਪੁਰ ਤੋਂ ਬੜੀ ਦੂਰੀ ਚਲੇ ਗਏ ਹੈ। ਭੂਰ ਭਾਈ ਲੰਗੇ ਕੋਸ ਪੰਚਮ ਹਜ਼ਾਰ ਕੋ। ਕਹਿੰਦੇ ਵੀ ਜਦੋਂ ਭਾਈ ਬਾਲਾ ਜੀ ਥੇ ਕਹਿ ਰਹੇ ਆ, ਕਹਿੰਦੇ ਜਦੋਂ ਸਵੇਰ ਹੋਈ ਹੈ ਤੇ ਸਵੇਰ ਸੂਰਜ ਨਿਕਲਦਿਆਂ ਤੱਕ ਮਹਾਰਾਜ ਦੇ 5000 ਕੋ ਨਿਕਲ ਗਏ, ਲੰਘ ਗਏ ਹੈ। 4:30 ਹੀ ਚੱਲੇ ਆ, 5000 ਕੋ ਬਹੁਤ ਕਿਲੋਮੀਟਰ ਹੋ ਜਾਂਦੇ। ਜਿਹੜਾ ਕੋਹ ਵੱਡਾ ਹੁੰਦਾ ਹੈ, ਜਿਹੜਾ 1.5-2 ਕਿਲੋਮੀਟਰ ਹੋਵੇ ਨਾ, 1.25-2 ਕਿਲੋਮੀਟਰ ਕੋਹ ਬਣਦਾ ਇੱਕ, ਤੇ ਕਿਲੋਮੀਟਰ 1.5 ਹੋਵੇ ਤੇ ਫਿਰ ਕੋਹ ਬਣਦਾ। ਕਹਿੰਦੇ ਸਵੇਰ ਸੂਰਜ ਨਿਕਲਦੇ ਤੱਕ ਮਹਾਰਾਜ 5000 ਕੋ ਲੰਘ ਗਏ ਹਨ। ਠਾਂਡੇ ਹੋਏ ਬੁਝੈ ਕਹੋ ਕਹਾ ਹਮ ਆਏ ਅਬ। ਫਿਰ ਜਦੋਂ ਕਹਿੰਦੇ ਮਹਾਰਾਜ ਖੜੇ ਹੋ ਗਏ ਤੇ ਭਾਈ ਮਰਦਾਨਾ ਨੂੰ ਪੁੱਛਣ ਲੱਗੇ ਵੀ ਮਰਦਾਨਿਆ
ਆ ਹੁਣ ਭਲਾ ਆਪਾਂ ਕਿੱਥੇ ਕੁ ਆ ਗਏ ਹਾਂ। ਥਾਨ ਪਹਿਚਾਨ ਮਨ ਕੀਜੀਏ ਵਿਚਾਰ ਕੋ। ਆ ਜਿਹੜਾ ਕਿਹੜਾ ਥਾਂ ਹੈ ਇਹਨੂੰ ਪਹਿਚਾਨਣਾ ਕਰੋ, ਮਨ ਵਿੱਚ ਵਿਚਾਰ ਕਰਕੇ ਦੱਸੋ ਵੀ ਕਿਸ ਥਾਂ ਤੇ ਪਹੁੰਚੇ ਹੋਏ ਆਪਾਂ ਹੁਣ। ਕਬਿਤ ਆਪ ਕਰਤਾਰ ਤੁਮ ਧਰਾ ਅਵਤਾਰ ਭਵ। ਭਾਈ ਬਾਲਾ ਜੀ ਕਹਿਣ ਲੱਗੇ ਵੀ ਗੁਰੂ ਸਾਹਿਬ ਜੀ ਸੰਸਾਰ ਦੇ ਵਿੱਚ ਜੋ ਪਰਮੇਸ਼ਰ ਕਰਤਾਰ ਹੈ ਉਸ ਨੇ ਆਪ ਹੀ ਅਵਤਾਰ ਧਾਰਨ ਕੀਤਾ ਹੈ। ਭਾਵ ਤੁਸੀਂ ਕਰਤਾਰ ਰੂਪ ਹੋ, ਗੁਰੂ ਨਾਨਕ ਸਾਹਿਬ ਰੂਪ ਵਿੱਚ ਆਪ ਹੀ ਅਵਤਾਰ ਧਾਰਿਆ ਹੈ ਸੰਸਾਰ ਤੇ। ਸਦਾ ਹੀ ਅਪਾਰ ਹੋ ਨਾ ਸ਼ੇਸ਼ ਪਾਰ ਪਾਵਈ। ਤੁਸੀਂ ਤੇ ਸਦਾ ਹੀ ਪਾਰਾਵਾਰ ਤੋਂ ਰਹਿਤ ਹੋ, ਸ਼ੇਸ਼ ਨਾਗ ਨੇ ਵੀ ਤੁਹਾਡਾ ਪਾਰਾਵਾਰ ਨਹੀਂ ਪਾਇਆ ਹੈ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰ ਮਰਮ ਨਾ ਜਾਨਾ। ਕਲੀ ਕਾਲ ਮੰਦ ਮਤ ਕੈਸੋ ਜਾਣੈ ਤੋਹਿ ਗਤ। ਆ ਜੋ ਕਲਯੁਗ ਦੇ ਸਮੇਂ ਰਹੀ ਮੰਦੀ ਮਤ ਵਾਲੇ, ਥੋੜੀ ਅਕਲ ਮਤ ਵਾਲੇ ਜੀਵ ਆ ਮਹਾਰਾਜ, ਤੁਹਾਡੀ ਅਸੀਂ ਕੀ ਅਵਸਥਾ ਜਾਣ ਸਕਦੇ ਹਾਂ, ਕੀ ਕਹਿ ਸਕਦੇ ਵੀ ਕਿੱਥੇ ਆ ਗਏ ਹਾਂ, ਕੀ ਬਿਆਨ ਕਰ ਸਕਦੇ ਹਾਂ। ਅਸੀਂ ਤੇ ਮਹਾਰਾਜ ਮੰਦੀ ਮਤ ਵਾਲੇ, ਥੋੜੀ ਮਤ ਵਾਲੇ ਆ, ਔਗੁਣਾ ਨਾਲ ਭਰੇ ਪਏ ਆ। ਵੇਦ ਨੇਤ ਕਹਾ ਵੇਦ ਕੈਸੇ ਅੰਤ ਪਾਵਈ। ਤੁਹਾਨੂੰ ਤੇ ਵੇਦ ਵੀ ਜਿਹੜਾ ਬੇਅੰਤ ਬੇਅੰਤੀ ਕਹਿੰਦੇ ਕਿਸ ਤਰ੍ਹਾਂ ਅੰਤ ਪਾ ਲੈਣਗੇ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ, ਨੇਤ ਨੇਤ ਬਾਂ ਤ੍ਰਿਣ ਕਹਿਤ। ਬੋਲਿਓ ਮਰਦਾਨਾ ਇਹ ਜਾਣਿਓ ਸੋ ਥਾਨਾ। ਭਾਈ ਮਰਦਾਨਾ ਜੀ ਫਿਰ ਬੋਲੇ ਮਹਾਰਾਜ ਇਹ ਤੇ ਉਹੀਓ ਹੀ ਥਾਂ ਹੈ ਜਹਾਂ ਮੱਕੇ ਕੋ ਪਿਆਨਾ ਕੀ ਨਾ ਮੋਹ ਕੋ ਦਿਸਟਾਵਈ। ਮੈਨੂੰ ਤੇ ਐਵੇਂ ਦਿਸ ਰਿਹਾ ਵੀ ਜਿੱਥੋਂ ਆਪਾਂ ਆ ਮੱਕੇ ਨੂੰ ਜਿਹੜਾ ਚੱਲਣਾ ਕੀਤਾ ਸੀ, ਭਾਵ ਸੱਖਰ ਭੱਖਰ ਵਾਲੇ ਥਾਂ ਤੋਂ ਜਿੱਥੇ ਹਾਜੀ ਮਿਲੇ ਸਨ, ਤੇ ਇੱਥੋਂ ਚੱਲਣਾ ਕੀਤਾ ਸੀ। ਮਹਾਰਾਜ ਇਹ ਸੱਖਰ ਭੱਖਰ ਵਾਲਾ ਸਥਾਨ ਲੱਗਦਾ ਮੈਨੂੰ। ਸੁਨਿਓ ਮੁਸਕਾਨੇ ਨੇ ਕੀ ਰਹਿ ਪਿਆਨੇ ਅਬ। ਪਛਾਨੇ ਅਬ ਮਹਾਰਾਜ ਕਹਿੰਦੇ ਵੀ ਮਰਦਾਨਿਆ ਆ ਹੱਸੇ ਮਹਾਰਾਜ ਤੇ ਕਹਿੰਦੇ ਵੀ ਚੰਗੀ ਤਰ੍ਹਾਂ ਪਛਾਣ ਕੀਤੀ, ਬੁੱਝ ਗਿਆ ਤੂੰ ਚੰਗੀ ਤਰ੍ਹਾਂ। ਮੇਰੀ ਦੇਸ਼ ਦੇਖ ਪਨ ਸ੍ਰੀ ਗੁਰੂ ਅਲਾਵਈ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਸਾਹਿਬ ਜੀ ਮੇਰੀ ਤਰਫ ਵੇਖ ਕੇ ਇਸ ਤਰ੍ਹਾਂ ਕਹਿਣ ਲੱਗੇ, ਦੋਹਰਾ ਚੱਲਣ ਚਾਹਤ ਕਿਸ ਦਿਸ਼ਾ ਕੋ। ਇਹ ਭਾਈ ਬਾਲਾ ਦੱਸੋ ਹੁਣ ਕਿਸ ਤਰਫ ਤੁਸੀਂ ਚੱਲਣਾ ਚਾਹੁੰਦੇ ਹੋ, ਕਿੱਧਰ ਜਾਣਾ ਚਾਹੁੰਦੇ ਹੋ। ਦੀਜੇ ਅਬਹਿ ਬਤਾਏ। ਹੁਣੇ ਸਾਨੂੰ ਦੱਸ ਦਿਓ ਵੀ ਕੀ ਵੇਖਣਾ ਚਾਹੁੰਦੇ ਹੋ ਤੁਸੀਂ। ਤਬ ਬੋਲਿਓ ਮੈਂ ਬੰਦ ਕਰ। ਭਾਈ ਬਾਲਾ ਜੀ ਕਹਿੰਦੇ ਵੀ ਮੈਂ ਉਸ ਵੇਲੇ ਹੱਥ ਜੋੜ ਕੇ ਦੋਵੇਂ ਬੋਲਿਆ, ਨੀ ਪ੍ਰਭ ਗਤ ਦਾਏ। ਇਹ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਪ੍ਰਭੂ ਜੀ ਮੇਰਾ ਬਚਨ ਸੁਣੀਏ ਗਰੀਬ ਦਾ। ਸਵਈਆ ਹੈ ਜਿਤ ਚਾਹ ਚੱਲੋ ਤੁਮਰੀ। ਗੁਰੂ ਮਹਾਰਾਜ ਜਿੱਧਰ ਤੁਹਾਡੀ ਚੱਲਣ ਦੀ ਇੱਛਾ ਹੈ ਉਧਰ ਹੀ ਚੱਲੋ ਤੁਸੀਂ। ਪਛਾਤ ਚੱਲੈ ਸੁਣੀਏ ਸੁਖ ਦਾਨਾ। ਸੁੱਖਾਂ ਦੇ ਦਾਨ ਗੁਰੂ ਨਾਨਕ ਸਾਹਿਬ ਜੀ ਆਪ ਅੱਗੇ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਪਿੱਛੇ ਚੱਲੇ ਜਾਵਾਂਗੇ। ਸ੍ਰੀ ਗੁਰ ਭਾਖਤ ਮੇਰ ਕੇ ਉਪਰ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਬਾਲਾ ਜੋ ਆ ਸੁਮੇਰ ਪਰਬਤ ਉਹਦੇ ਉੱਪਰ ਹੈ ਸਿੱਧ ਮੰਡਲੀ ਜਾ ਮਨ ਮਾਨਾ। ਜਿਹੜੇ 84 ਸਿੱਧ ਉਹਨਾਂ ਦੀ ਮੰਡਲੀ ਹੈ ਸੁਮੇਰ ਪਰਬਤ ਉੱਪਰ, ਜਿਨ੍ਹਾਂ ਦੇ ਮਨ ਵਿੱਚ ਬੜਾ ਹੰਕਾਰ ਗਰਭ ਚੜਿਆ ਆਪਣੇ ਜਪ ਤਪ ਦਾ। ਸੋ ਤਹ ਥਾਨ ਚੱਲੋ। ਉਸ ਥਾਨ ਨੂੰ ਵੇਖਣ ਲਈ ਤੁਸੀਂ ਤਿਆਰ ਹੋ ਜੋ, ਚੱਲੋ ਉਹਨੂੰ ਦੇਖੀਏ ਜਾ ਕੇ ਸੁਮੇਰ ਪਰਬਤ ਨੂੰ। ਸੁਨਿਓ ਕਰ ਬੰਦ ਉਠਿਓ ਮਰਦਾਨਾ। ਇਉਂ ਸੁਣ ਕਰਕੇ ਜਿਹੜਾ ਹੈ ਭਾਈ ਮਰਦਾਨਾ ਉੱਠਿਆ ਹੈ ਦੋਵੇਂ ਹੱਥ ਜੋੜ ਕੇ। ਮੋਹਿਸ਼ੁਦਾ ਜਬ ਦੇਹੋ ਹਟਾਏ। ਮਹਾਰਾਜ ਮੇਰੀ ਦੀ ਪਹਿਲੀ ਬੇਨਤੀ ਆ ਹੈ ਕਿ ਜੇ ਤੁਸੀਂ ਮੇਰੀ ਭੁੱਖ ਪਿਆਸ ਮਿਟਾ ਦਿਓ, ਹਟਾ ਦਿਓ, ਤਬੈ ਤੁਮਰੇ ਸੰਗ ਹੋਏ ਪਿਆਨਾ। ਫੇਰ ਤੇ ਤੁਹਾਡੇ ਨਾਲ ਮੇਰਾ ਚੱਲਣਾ ਹੋਵੇਗਾ। ਜੇ ਮੇਰੀ ਭੁੱਖ ਪਿਆਸ ਦੂਰ ਹੋ ਜੇ, ਕਿਉਂਕਿ ਮੈਂ ਬਾਅਦ ਵਿੱਚ ਤੰਗ ਬਹੁਤ ਹੁੰਨਾ ਹਾਂ। ਸਵਈਆ ਬਿਗਸੇ ਸੁਨ ਬੈਨ ਗੁਰੂ ਗੁਣ ਆਨਾ। ਗੁਣਾ ਦੇ ਘਰ ਮਹਾਰਾਜ ਭਾਈ ਮਰਦਾਨੇ ਦੇ ਬਚਨ ਸੁਣ ਕੇ ਹੱਸੇ ਆ ਥੋੜਾ ਜਿਹਾ। ਦਇਆ ਜਿਨ ਨੈਣ ਰਹੀ ਸ਼ਬਸ਼ਾਈ। ਜਿਨ੍ਹਾਂ ਸਤਿਗੁਰਾਂ ਦੇ ਨੇਤਰਾਂ ਵਿੱਚ ਮਿਹਰ ਜਿਹੜੀ ਦਇਆ ਨਾ ਉਹਦੀ ਛਵੀ ਛਾਈ ਹੋਈ ਹੈ।
ਨੇਤਰਾਂ ਵਿੱਚ ਦਇਆ ਹੀ ਭਰੀ ਹੋਈ ਹੈ। ਜਿਨ ਦੇਹ ਤਰੀ ਜਗ ਤਾਰਨ ਕਾਰਨ, ਜਿਨ੍ਹਾਂ ਸਤਿਗੁਰਾਂ ਨੇ ਸੰਸਾਰ ਦੇ ਭੁੱਲੇ ਭਟਕਿਆਂ ਜੀਵਾਂ ਨੂੰ ਤਾਰਨ ਵਾਸਤੇ ਇਹ ਦੇਹ ਧਾਰੀ ਹੈ। ਰਾਮ ਬਿਦਾਰਨ ਸ੍ਰੀ ਜਗ ਰਾਏ, ਵੱਡੇ ਵੱਡੇ ਪਖੰਡਾਂ ਨੂੰ ਦੂਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਦੇ ਮਾਰ ਸੰਸਾਰ ਦੇ ਰਾਜਾ ਰੂਪ। ਮਨ ਮੈਂ ਜਿਮ ਚਾਹਤ ਹੋਵੇ ਸੋ, ਭਾਈ ਮਰਦਾਨਾ ਜਿਵੇਂ ਤੂੰ ਚਾਹੁੰਦਾ ਨਾ ਮਨ ਵਿੱਚ ਉਵੇਂ ਹੀ ਹੋਵੇਗਾ। ਬਹੁਰ ਦੁੱਖ ਭੁੱਖ ਨਾ ਪਾਏ ਕਦਾਈ, ਆ ਕਹਿ ਨੇ ਵੀ ਮੁੱਢ ਜਿਹੜਾ ਭੁੱਖ ਦਾ ਦੁੱਖ ਉਹ ਨਹੀਂ ਤੂੰ ਪਾਏਗਾ ਕਦੀ ਵੀ। ਕਹਿ ਯੋ ਪ੍ਰਸਥਾਨ ਕਿਓ ਜਬ ਹੀ, ਇਉਂ ਕਹਿ ਕੇ ਜਦੋਂ ਹੀ ਮਹਾਰਾਜ ਨੇ ਚੱਲਣਾ ਕੀਤਾ ਉਸ ਵੇਲੇ ਸਭ ਕੰਚਨ ਕੀ ਧਰਨੀ ਤਹ ਆਈ, ਕਹਿੰਦੇ ਉਸੇ ਵੇਲੇ ਜਿਹੜੀ ਧਰਤੀ ਨਾ ਸੋਨੇ ਦੀ ਸਾਰੀ ਆ ਗਈ ਹੈ। ਇਹਨੇ ਬਚਨ ਕੀਤਾ ਵੀ ਮਰਦਾਨਾ ਜਿਵੇਂ ਤੂੰ ਚਾਹੁੰਦਾ ਹੈ ਉਸੇ ਤਰ੍ਹਾਂ ਹੋਏਗਾ। ਛਿਨ ਮਾਤਰ ਵਿੱਚ ਹੀ ਚੱਲੇ ਹੈ, ਸੋਨੇ ਦੀ ਧਰਤੀ ਆ ਗਈ ਹੈ। ਸਵਈਆ ਤਾਹੇ ਬਿਲੋਕਤ ਹੀ ਹਰਖਾ ਕਰ, ਹਰਖਾ ਦੇ ਵਿਸ਼ਰਾਮ ਹੈ। ਉਸ ਨੂੰ ਵੇਖ ਕਰਕੇ ਨਾ ਸੋਨੇ ਦੀ ਧਰਤੀ ਨੂੰ ਭਾਈ ਮਰਦਾਨਾ ਦੇ ਬਹੁਤ ਖੁਸ਼ ਹੋ ਗਿਆ। ਕਰ ਬੰਦ ਕਹਿ ਗੁਰ ਸੋ ਮਰਦਾਨਾ, ਦੋਵੇਂ ਹੱਥ ਜੋੜ ਕੇ ਭਾਈ ਮਰਦਾਨਾ ਗੁਰੂ ਜੀ ਨੂੰ ਕਹਿਣ ਲੱਗਾ, ਦੇਖਤ ਮੈਂ ਬਿਸਮਾਦ ਪਇਓ, ਮਹਾਰਾਜਾ ਸੋਨੇ ਦੀ ਧਰਤੀ ਵੇਖ ਕੇ ਮੈਂ ਤੇ ਅਚਰਜ ਹੋ ਗਿਆ ਹਾਂ। ਸਭ ਹੀ ਤਰਨੀ ਪਰ ਹੇਮ ਮਹਾਨਾ, ਆ ਤੇ ਸਾਰੇ ਪਾਸੇ ਧਰਤੀ ਉੱਪਰ ਸੋਨਾ ਹੀ ਸੋਨਾ ਪਿਆ ਹੋਇਆ ਹੈ। ਸਾਰੀ ਧਰਤੀ ਸੋਨੇ ਦੀ ਹੈ। ਸਰਤਾ ਜਿਨ ਮੈਂ ਰਸ ਸੁੰਦਰ, ਆ ਜਿਹੜੀ ਮਹਾਰਾਜ ਨਦੀ ਹੈ ਇਹ ਵੇਖੋ ਇਹਦੇ ਵਿੱਚ ਜਲ ਕਿੰਨਾ ਸੋਹਣਾ ਹੈ, ਪਵਿੱਤਰ ਉਜਲ। ਮਾਨਵ ਏਕ ਨਹੀਂ ਇਸ ਥਾਨ, ਪਰ ਇੱਕ ਗੱਲ ਹੈਗੀ ਵੀ ਇੱਥੇ ਜਿਹੜਾ ਮਨੁੱਖ ਦੇ ਕੋਈ ਵੀ ਨਹੀਂ ਹੈ ਦਿਸ ਰਿਹਾ। ਕੰਚਨ ਔਰਸ ਬਾਦ ਪਰਿਓ ਸਭ, ਆ ਜਿਹੜੀ ਸੋਨੇ ਦੀ ਧਰਤੀ ਹੈ ਫਿਰ ਪਵਿੱਤਰ ਜਲ ਹੈ, ਸਾਰਾ ਵਿਅਰਥ ਹੀ ਪਿਆ ਹੋਇਆ ਇੱਥੇ। ਯੋ ਸੁਨ ਸ਼੍ਰੀ ਗੁਰ ਬੈਨ ਬਖਾਨਾ, ਇਉਂ ਸੁਣ ਕੇ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਸਵਈਆ ਪ੍ਰੀਤਮ ਜੋ ਕਰਤਾਰ ਕੇ ਸੇਵਕ, ਮਰਦਾਨਿਆ ਜੋ ਕਰਤਾਰ ਪਰਮੇਸ਼ਰ ਹੈ ਨਾ ਪ੍ਰੀਤਮ ਪਿਆਰਾ ਉਹਦੇ ਜੋ ਸੇਵਕ ਹੈ, ਜਾਂ ਐਵੇਂ ਵੀ ਜੋ ਕਰਤਾਰ ਦੇ ਪਿਆਰੇ ਸੇਵਕ ਜਨ ਹਨ। ਪ੍ਰਾਪਤ ਹੋਇ ਤਨ ਕੋ ਸੁਖਦਾਈ, ਸੁਖ ਦੇਣ ਵਾਲਾ ਇਹ ਜਲ ਦੇ ਸੋਨੇ ਦੀ ਧਰਤੀ ਉਹਨਾਂ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ। ਮਾਨਵ ਔਰ ਨਾ ਆਏ ਸਕੈ, ਉਹ ਜਿਹੜਾ ਦੁਨਿਆਵੀ ਦੁਨੀਆ ਦਾ ਮਨੁੱਖ ਹੈ ਨਾ ਮਾਤ ਲੋਕ ਦਾ ਉਹ ਨਹੀਂ ਆ ਸਕਦਾ ਇੱਥੇ। ਤਿਨ ਪੀਵਨ ਜੋਗ ਨਹੀਂ ਗਰਬਾਈ, ਫਿਰ ਉਹਨਾਂ ਦੇ ਇਹ ਜਲ ਪੀਣ ਦੇ ਯੋਗ ਵੀ ਨਹੀਂ ਹੈ ਜਿਨ੍ਹਾਂ ਨੂੰ ਹੰਕਾਰ ਚੜਿਆ ਹੋਇਆ, ਗਰਬ ਚੜਿਆ ਹੋਇਆ ਵੀ ਹਮ ਕੀਆ ਹਮ ਕरेंगे। ਆਪਣਾ ਆਪ ਜਨਾਵਨ ਜੀ ਨਹ, ਜਿਹੜੇ ਆਪਣਾ ਆਪ ਨਹੀਂ ਨਾ ਜਣਾਉਂਦੇ ਆਪਾ ਭਾਵ ਮਾਰਿਆ, ਕਹਿੰਦੇ ਮਹਾਰਾਜ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ ਸਾਡੀ ਕੀ ਹਿੰਮਤ ਹੈ ਕੁਝ ਕਰ ਜਾਈਏ। ਜਿਹੜੇ ਇਵੇਂ ਜਾਣਦੇ ਐ ਪੀਵਤ ਸੇ ਨਿਤ ਹੋ ਤਿਪਤਾਈ, ਉਹ ਜਿਹੜੇ ਹਜੇ ਜਨ ਭਗਤ ਇਸ ਜਲ ਨੂੰ ਪੀਂਦੇ ਐ ਤੇ ਹਮੇਸ਼ਾ ਵਾਸਤੇ ਰੱਜ ਜਾਂਦੇ ਐ। ਭੁੱਖਾਂ ਤੀਆਂ ਖਤਮ ਹੋ ਜਾਂਦੀਆਂ ਉਹਨਾਂ ਸੇਵਕਾਂ ਦੀਆਂ। ਭੁੱਖ ਲੱਗਾ ਨਹ ਪਿਆਸ ਕਬੈ, ਕਦੇ ਵੀ ਨਾ ਨੂੰ ਭੁੱਖ ਲੱਗਦੀ ਹੈ ਨਾ ਨੂੰ ਤੇਜ਼ ਲੱਗਦੀ ਹੈ। ਹਰ ਨਾਮ ਕੇ ਸੰਗ ਰਹੇ ਲਿਵ ਲਾਈ, ਬਸ ਵਾਹਿਗੁਰੂ ਦੇ ਨਾਮ ਵਿੱਚ ਹੀ ਮਨ ਦੀ ਲਿਵ ਬਿਰਤੀ ਲਾ ਕੇ ਰੱਖਦੇ ਰਾਤ ਦਿਨ। ਕਬਿਤ ਸੁਨ ਮਰਦਾਨਾ ਮਨ ਮਾਹੇ ਹਰ ਖਾਨਾ ਤਬ, ਭਾਈ ਮਰਦਾਨਾ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਮਨ ਵਿੱਚ ਬਹੁਤ ਖੁਸ਼ ਹੋਇਆ। ਬਚਨ ਬਖਾਨਾ ਦੇਖ ਕਰਨਾ ਨਿਦਾਨ ਕੋ, ਕਿਰਪਾ ਦੇ ਸਮੁੰਦਰ ਗੁਰੂ ਸਾਹਿਬ ਜੀ ਵੰਨੀ ਦੇਖ ਕੇ ਤੇ ਬਚਨ ਕਿਹਾ ਵੀ ਗੁਰੂ ਸਾਹਿਬ ਜੀ
ਆਇਸ ਜੋ ਪਾਉ ਕਰ ਪਾਨ ਤੇ ਬਤਾਉ। ਜੇ ਮਹਾਰਾਜ ਤੁਹਾਡੀ ਮੈਂ ਆਗਿਆ ਪਾਲਾ ਨਾ ਤੇ ਆ ਹੁਣੇ ਮੈਂ ਜਲ ਛਕ ਲਵਾਂ ਤੇ ਰਜ ਜਾਵਾਂ। ਸ਼ੁਦਾ ਪਿਆਸ ਕੋ ਮਿਟਾਉ ਕਰੋ ਨਾਸ਼ ਸਭ ਮਾਨ ਕੋ। ਜਿਹੜੀ ਭੁੱਖ ਹੈ ਪਿਆਸ ਉਹਨੂੰ ਵੀ ਮਿਟਾ ਲਵਾਂ ਤੇ ਜਿਹੜਾ ਮਨ 'ਚ ਮਾਣ ਹੈ ਆਪਾ ਭਾਵ ਜਣਾਉਂਦਾ ਕਿਤੇ ਕਿਤੇ ਆ ਕੇ ਉਹ ਵੀ ਨਾਸ ਕਰ ਲਵਾਂ। ਮੰਦ ਮੁਸਕਾਏ ਗੁਰੂ ਬਚਨ ਲਾਏ। ਮਹਾਰਾਜ ਹੌਲੀ ਹੌਲੀ ਥੋੜਾ ਜਿਹਾ ਹੱਸੇ ਤੇ ਬਚਨ ਕਿਹਾ। ਔਰ ਜਰਾ ਜੇ ਅਜਰ ਤਬ ਕੀਜਾ ਇਹ ਪਾਨ ਕੋ। ਮਰਦਾਨਿਆ ਜੇ ਤੂੰ ਅਜਰ ਨੂੰ ਜਰ ਸਕਦਾ ਹੈ ਤੇ ਤਾਂ ਤੇ ਫਿਰ ਇਹ ਜਲ ਛਕ ਲਾ ਪੀ ਲਾ। ਨਿਰੰਕਾਲ ਪਇਓ ਤੁਮ ਸੰਗ ਵਿਚਰਨ ਪਲਇਓ। ਭਾਈ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਜੀ ਕਿੰਨਾ ਲੰਮਾ ਸਮਾਂ ਹੋ ਗਿਆ ਹੈ ਤੁਹਾਡੇ ਨਾਲ ਵਿਚਰ ਰਹੇ ਹਾਂ, ਤੁਰ ਫਿਰ ਰਹੇ ਹਾਂ, ਚੱਲ ਰਹੇ ਹਾਂ ਰਾਤ ਦਿਨ। ਕੀਜੈ ਕਬ ਦਇਆ ਬਰ ਦੀਜੀਏ ਭਿਆਨ ਕੋ। ਕੀਜੈ ਕਬ ਦਇਆ ਬਰ ਦੀਜੀਏ ਪਛਾਨ ਕੋ। ਮਹਾਰਾਜ ਕਦੀ ਤੇ ਸਾਡੇ ਤੇ ਦਇਆ ਕਰ ਦਈਏ, ਆ ਮਹਾਨ ਹੀ ਵਰ ਦਈਏ ਵੀ ਅਸੀਂ ਆ ਜਲ ਪਹੁੰਚਾਉਣਾ ਕਰ ਲਈਏ। ਜਲ ਪਹੁੰਚਾਉਣ ਦੀ ਸਾਨੂੰ ਵਰ ਦੇ ਦਿਓ ਜੀ। ਸਵਈਆ ਲੈ ਕਰ ਆਇਸ ਸ੍ਰੀ ਗੁਰ ਕੀ। ਗੁਰੂ ਜੀ ਦੀ ਆਗਿਆ ਲੈ ਕਰਕੇ ਭਾਈ ਮਰਦਾਨਾ ਤਬ ਪੀਵਤ ਭਾ ਰਸ ਕੁਸੋ ਮਰਦਾਨਾ। ਉਸ ਜਲ ਨੂੰ ਪੀਣ ਲੱਗਾ ਹੈ ਭਾਈ ਮਰਦਾਨਾ। ਹੋਏ ਬਦੇਹ ਗਇਓ ਖਿਨਤਾ। ਉਸ ਵੇਲੇ ਪੀਂਦਿਆਂ ਸਾਰੇ ਭਾਈ ਮਰਦਾਨਾ ਦੇ ਬਦੇਹ ਮੁਕਤ ਹੋ ਗਿਆ, ਜੀਵਨ ਮੁਕਤ। ਸਰੀਰ ਦੀ ਖਬਰਸਾਰ ਸੋਧੀ ਨਹੀਂ ਰਹਿ ਗਈ। ਦਸਵੇਂ ਦਰ ਜਾਏ ਲੱਗਾ ਸ਼ੁਭ ਧਿਆਨਾ। 10ਵੇਂ ਦਰਵਾਜ਼ੇ ਜਾ ਕੇ 10ਵੇਂ ਦਵਾਰ ਵਿੱਚ ਜਾ ਕੇ ਜਿਹੜਾ ਚੰਗਾ ਧਿਆਨ ਹੈ ਨਾ ਮਹਾਨ ਇੱਕ ਰਸ ਲੱਗ ਗਿਆ ਹੈ। ਜਾਮ ਸੋ ਏਕ ਖੁੱਲੇ ਤਿਹ ਨਾਨਾ। ਭਾਈ ਮਰਦਾਨਾ ਜੀ ਦੇ ਇੱਕ ਪੈਰ ਬਾਅਦ ਨੇਤਰ ਖੁੱਲੇ ਐ। ਭਇਓ ਭਵ ਮੋਹ ਬਹੀਨ ਸੁਜਾਨਾ। ਸਿਆਣਾ ਭਾਈ ਮਰਦਾਨਾ ਸੰਸਾਰ ਦੇ ਮੋਹ ਤੋਂ ਬਿਨਾ ਹੋ ਗਿਆ, ਨਾਸ ਹੋ ਗਿਆ, ਸਾਰਾ ਮੋਹ ਖਤਮ ਹੋ ਗਿਆ ਹੈ। ਮੇਰਾ ਔ ਤੇਰ ਭੁਲਾਏ ਦਿਓ। ਔਰ ਹਿਰਦੇ ਵਿੱਚ ਜਿਹੜੀ ਮੇਰ ਹੈਗੀ ਆ ਮੇਰਾ ਹੈ, ਆ ਤੇਰਾ ਹੈ, ਇਹ ਸਾਰਾ ਹੀ ਭੁਲਾ ਦਿੱਤਾ ਹੈ। ਗਿਆਨ ਪਾਇਓ ਮਿਟ ਗਇਓ ਅਗਿਆਨਾ। ਔਰ ਜਿਹੜਾ ਇੱਥੇ ਦੈਲੀ ਦੀਪ ਤੌਰ ਤੇ ਵਰਤਿਆ ਜਾ ਸਕਦਾ ਵੀ ਔਰ ਗਿਆਨ ਭਇਓ। ਹਿਰਦੇ ਵਿੱਚ ਗਿਆਨ ਹੋ ਗਿਆ, ਅਗਿਆਨ ਮਿਟ ਗਿਆ, ਸਾਰਾ ਬੇਸਮਝੀ ਨਾਸ ਹੋ ਗਈ ਹੈ। ਕਰ ਬੰਦ ਉਬੇ ਕਰ ਬੰਧਨ ਪਾਏ। ਹੁਣ ਨਿਮਰਤਾ ਹੋ ਗਈ ਹੈ ਕਿਉਂਕਿ ਗਿਆਨ ਜੋ ਹੋ ਗਿਆ ਹੈ। ਜਿੰਨਾ ਚਿਰ ਗਿਆਨ ਹੈ ਉਹਨਾਂ ਚਿਰ ਬੰਦੇ 'ਚ ਨਿਮਰਤਾ ਨਹੀਂ ਹੈ। ਹੰਕਾਰ ਹੈ, ਗਰਬ ਹੈ, ਈਰਖਾ ਹੈ, ਛਾਲ ਹੈ, ਕਾਮ ਹੈ, ਕ੍ਰੋਧ ਹੈ, ਬਸ ਹੁਜਤਬਾਜ਼ੀ ਹੁੰਦੀ। ਜਦੋਂ ਗਿਆਨ ਹੋ ਜਾਵੇ ਤੇ ਫਿਰ ਉਹ ਬੰਦਾ ਨਿਮਰਤਾ ਵਾਲਾ ਹੋ ਜਾਂਦਾ, ਨਿਭ ਜਾਂਦਾ। ਜਿਵੇਂ ਕਿਸੇ ਰੁੱਖ ਨੂੰ ਫਲ ਬਹੁਤ ਲੱਗਾ ਹੋਵੇ ਉਹ ਹੀ ਨੀਵਾਂ ਹੁੰਦਾ। ਜਿਹੜੇ ਸਪੈਦੇ ਆ ਉਹ ਤਾਂ ਐਂ ਟੀਸੀ ਦੇ ਲੱਗ ਜਾਂਦੇ, ਫਲ ਕੋਈ ਨਹੀਂ ਲੱਗਾ ਹੁੰਦਾ ਉਹਨਾਂ ਨੂੰ। ਅਤੇ ਇਹ ਜਿਹੜਾ ਜਾਂ ਫਲ ਵਾਲਾ ਰੁੱਖ ਬਹੁਤ ਭਰਿਆ ਹੋ ਨੀਵਾਂ ਹੁੰਦਾ, ਅਤੇ ਜਿਹੜਾ ਹੰਕਾਰੀ ਹੁੰਦਾ ਨਾ ਰੁੱਖ ਸੁੱਕਾ ਆਕੜਿਆ ਹੋਇਆ, ਉਹ ਸੁੱਕਾ ਐ ਆਕੜ ਕੇ ਰਹਿੰਦਾ। ਅਤੇ ਜਿਹੜਾ ਫਲ ਵਾਲਾ ਰੁੱਖ ਹੈ ਉਹਨੂੰ ਤੋੜਾਂਗੇ ਟਾਹਣੀ ਅਤੇ ਉਹਦੀ ਟਾਹਣੀ ਵੀ ਐ ਛਿੱਲੜ ਤੱਕ ਲੱਥੇਗੀ, ਬੜੀ ਔਖੀ ਟੁੱਟੇਗੀ, ਉਹਦੇ ਮੋਛੇ ਵੱਢਣੀ ਹੋਊਗੀ ਸਿੱਧੀ। ਅਤੇ ਜਿਹੜਾ ਹੈ ਸੁੱਕਾ ਰੁੱਖ ਕੜਕ ਕਰਕੇ ਟੁੱਟੂਗਾ, ਬੜੀ ਤੜਕ ਕਰਕੇ। ਕਿਉਂਕਿ ਉਹਨੂੰ ਹੰਕਾਰ ਹੈ। ਇੱਕ ਤਾਂ ਸੁੱਕਾ ਉਹ ਤੋਂ ਆਕੜਿਆ ਫਿਰਦਾ ਹੈ, ਜਿਹੜਾ ਹੰਕਾਰੀ ਹੈ ਇੱਕ ਤੋਂ ਪ੍ਰੇਮ ਤੋਂ ਹੀ ਸੁੱਕਾ ਹੈ, ਫਿਰ ਆਕੜਿਆ ਟੁੱਟਦਾ ਵੀ ਫਿਰ ਉਹ ਕੜਕ ਕਰਕੇ ਤੜਕ ਕਰਕੇ ਟੁੱਟ ਜਾਂਦਾ ਹੈ। ਹੁਣ ਭਾਈ ਮਰਦਾਨਾ ਜੀ ਦੇ ਅੰਦਰ ਨਿਮਰਤਾ ਬੜੀ ਆ ਗਈ ਹੈ, ਜਿਸ ਕਰਕੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰਾਂ ਕਰਦਾ ਬਾਰ-ਬਾਰ। ਸੰਸਤ ਵਾਕਨ ਸੋ ਸੁਖ ਕੰਦੂ। ਸੁੱਖਾਂ ਦੇ ਬੱਦਲ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਪ੍ਰਸ਼ੰਸਾ ਕਰਦਾ ਹੈ। ਉਸਤਤੀ ਦੇ ਬਚਨ ਕਹਿਣ ਲੱਗਾ, ਜਗ ਨਾਇਕ ਹੋ ਗਤ ਦਾਇਕ ਪਾਇਕ। ਮਹਾਰਾਜ ਤੁਸੀਂ ਤੇ ਸੰਸਾਰ ਦੇ ਮਾਲਕ ਹੋ, ਮੁਕਤੀ ਦੇਣ ਵਾਲੇ ਹੋ ਆਪਣੇ ਦਾਸਾਂ ਸੇਵਕਾਂ ਨੂੰ। ਕਾਇਕ ਮੋਹ ਕੇ ਦੰਭ ਨਿਕੰਦੂ। ਜਿਹੜਾ ਮੋਹ ਨੂੰ ਤੁਸੀਂ ਨਾਸ ਕਰਨ ਵਾਲੇ ਹੋ, ਪਖੰਡ ਨੂੰ ਕੱਟਣ ਵਾਲੇ ਹੋ ਜੀ। ਕਰੀਏ ਸੋ ਖਿਮਾ ਬਖਸ਼ੋ ਮਨ ਔਗਣ। ਮਹਾਰਾਜ ਮਮ ਔਗਣ ਜਾਂ ਮਨ ਦੇ ਜਿਹੜੇ ਔਗਣ ਹੈ ਉਹ ਮਹਾਰਾਜ ਬਖਸ਼ੋ।
ਮਮ ਬਾਠ ਹੀ ਇਥੇ ਹੈ ਕਿ ਮੇਰੇ ਔਗਣ ਮਹਾਰਾਜ ਬਖਸ਼ੋ ਤੇ ਖਿਮਾ ਹੀ ਕਰੀਏ ਮੇਰੇ ਉੱਪਰ। ਨਾਮ ਲਏ ਤਵ ਨਾਮ ਜਮ ਫੰਦੂ। ਤੁਹਾਡਾ ਤੇ ਨਾਮ ਲੈਣ ਨਾਲ ਹੀ ਗੁਰੂ ਸਾਹਿਬ ਜੀ ਜਮਾਂ ਦੀ ਫਾਈ ਨਹੀਂ ਪੈਂਦੀ, ਸੰਗਲ ਨਹੀਂ ਵੱਜਦੇ, ਘਸੀਟੇ ਨਹੀਂ ਜਾਈਦਾ। ਜਾਨ ਪਨੇ ਬਚ ਬੋਲੇ ਸਨਮੁਖ। ਐਵੇਂ ਜੀ ਤੁਹਾਡੇ ਹਜ਼ੂਰੀ ਵਿੱਚ ਤੁਹਾਡੇ ਸਾਹਮਣੇ ਗੁਰੂ ਸਾਹਿਬ ਜੀ ਅਣਜਾਣ ਪੁਣੇ ਵਿੱਚ ਹੀ ਪਿੱਛੇ ਬਚਨ ਬੋਲਦਾ ਹੀ ਆਇਆ, ਕਦੀ ਕੁਝ ਕਹਿੰਦਾ ਹੀ ਆਇਆ ਹਾਂ। ਬਾਲਕ ਕਾਲ ਸੰਸਾਰ ਗੋਬਿੰਦੋ। ਤੁਸੀਂ ਤੇ ਪਰਮੇਸ਼ਰ ਰੂਪ ਹੋ, ਸੰਸਾਰ ਨੂੰ ਪਾਲਣ ਵਾਲੇ ਹੋ, ਸੰਸਾਰ ਨੂੰ ਨਾਸ ਕਰਨ ਵਾਲੇ ਕਰਤਾ ਹਰਤਾ ਹੋ ਜੀ। ਸਵਈਆ ਯਾ ਸੁਨ ਕੈ ਹਰਿ ਖਾਏ ਗੁਰੂ। ਇਉਂ ਸੁਣ ਕੇ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਐ। ਮੁਖ ਵਾਕ ਲਾਏ ਸੁਨਾਵਤ ਤਾਹੀ। ਮੁਖੋਂ ਬਚਨ ਕਹਿ ਕੇ ਭਾਈ ਮਰਦਾਨੇ ਨੂੰ ਸੁਣਾਉਂਦੇ ਐ। ਜੋ ਤਮ ਬੂਝਤ ਹੋ ਹਮ ਸੋ। ਭਾਈ ਮਰਦਾਨਾ ਜੋ ਵੀ ਸਾਨੂੰ ਤੂੰ ਪੁੱਛਦਾ ਹੈ, ਪਛਾਤ ਕਥਾ ਹੋਏ ਸੇ ਜਗ ਮਾਹੀ। ਇਹ ਵੇਖ ਲੋ ਸਾਡੇ ਬਾਅਦ ਸੰਸਾਰ ਵਿੱਚ ਇਹ ਕਥਾ ਹੋਇਆ ਕਰੇਗੀ, ਤੁਹਾਡੇ ਸਾਡੇ ਗੁਣ ਗਾਇਆ ਕਰਨਗੇ ਸਾਰੇ। ਜੇ ਪੜ ਹੈ ਸੁਨ ਹੈ ਤਿਨ ਕੋ। ਇਸ ਕਥਾ ਨੂੰ ਜਿਹੜੇ ਪ੍ਰੇਮ ਨਾਲ ਪੜਨਗੇ ਤੇ ਭਾਵਨਾ ਨਾਲ ਹੀ ਸੁਣਨਗੇ ਗੁਰਸਿੱਖ ਭਾਈ ਜਨ ਰੱਬ ਦੇ ਪਿਆਰੇ। ਮਨ ਹੈ ਸੇ ਸ਼ੁਭ ਮਾਰਗ ਪਾਹੀ। ਮਨ ਮਾਨਣਗੇ, ਉਹ ਮਨ ਵਿੱਚ ਮੰਨ ਜਾਣਗੇ ਤੇ ਉਹ ਚੰਗਾ ਜਿਹੜਾ ਭਾਵ ਭਗਤੀ ਦਾ ਰਸਤਾ ਪਾ ਲੈਣਗੇ। ਉਹਨਾਂ ਦੇ ਮਨ ਵੀ ਢਲ ਜਾਣਗੇ, ਗੁਰੂ ਵਾਲੇ ਹੋ ਜਾਣਗੇ, ਸਿੱਖੀ ਧਾਰਨ ਕਰ ਲੈਣਗੇ ਜਿਹੜੇ ਸੁਣਨਗੇ। ਹੋ ਹਰ ਖਾਵਤ ਹਾਂ ਤੁਮ ਬੂਝਤ। ਜਦੋਂ ਮਰਦਾਨਿਆ ਤੂੰ ਸਾਨੂੰ ਕੋਈ ਵੀ ਗੱਲ ਪੁੱਛਦਾ, ਅਸੀਂ ਨਾਰਾਜ਼ ਥੋੜੀ ਤੇਰੇ ਤੇ ਹੁੰਨੇ, ਅਸੀਂ ਤੇ ਖੁਸ਼ ਹੁੰਨੇ ਆ, ਅਸੀਂ ਤੇ ਸਗੋਂ ਹੱਸਦੇ ਆ ਤੁਹਾਡੇ ਬਚਨ ਸੁਣ ਕੇ। ਔਰ ਵਿਚਾਰ ਕਰੋ ਕੁਛ ਨਾਹੀ। ਹੋਰ ਨਾ ਮਨ 'ਚ ਕੋਈ ਵਿਚਾਰ ਕਰੋ ਵੀ ਮਹਾਰਾਜ ਮੈਂ ਤੁਹਾਡੇ ਸਾਹਮਣੇ ਬੋਲਦਾ ਰਿਹਾ, ਗਲਤੀ ਕਰ ਲਈ ਹੈ। ਤੁਸੀਂ ਸਾਨੂੰ ਬੁਲਾਉਂਦੇ ਹੋ, ਪੁੱਛਦੇ ਹੋ, ਸਾਨੂੰ ਤੇ ਖੁਸ਼ੀ ਹੁੰਦੀ ਹੈ। ਸਵਈਆ ਸੋ ਸਿੱਖ ਜਾਨ ਭਲੇ ਹੈ ਪਰਬੀਨ। ਹੋਰ ਵੀ ਸੁਣੋ ਭਾਈ ਮਰਦਾਨਾ ਜੀ, ਉਹ ਜਿਹੜੇ ਸਿੱਖ ਹੈ ਬੜੇ ਚੰਗੇ ਤੇ ਸਿਆਣੇ ਹੈ, ਜਾਣ ਲਾ। ਦੇ ਹਰ ਦੇ ਗੁਰ ਬੂਝਤ ਜੋ। ਜਿਨ੍ਹਾਂ ਦੇ ਹਿਰਦਿਆਂ ਵਿੱਚ ਕੋਈ ਸੰਸਾ ਹੋ ਆਵੇ ਤੇ ਆਪਣੇ ਗੁਰੂ ਨੂੰ ਜੋ ਪੁੱਛਦੇ ਹੈ, ਕੋਈ ਆਪਣਾ ਸੰਸਾ ਹੋ ਜਾਵੇ, ਮਨ 'ਚ ਸ਼ੰਕਾ ਪੈ ਜਾਵੇ, ਜਿਹੜੇ ਆਪਣੇ ਗੁਰੂ ਨੂੰ ਫਿਰ ਉਹ ਸੰਸੇ ਨੂੰ ਨਿਵਰਤ ਕਰਨ ਵਾਸਤੇ ਪੁੱਛਦੇ ਹੈ, ਉਹਨਾਂ ਸਿੱਖਾਂ ਨੂੰ ਭਲਾ ਹੀ ਜਾਣ ਲਾ, ਸਿਆਣਾ ਹੀ ਜਾਣ ਲਾ ਭਾਈ ਮਰਦਾਨਿਆ। ਸੰਕ ਤਜਾ ਮਨ ਹੋਏ ਨਿਸ਼ੰਕ। ਉਹ ਸ਼ੰਕਾ ਸੰਸੇ ਨੂੰ ਛੱਡ ਕੇ ਤੇ ਬਿਨਾਂ ਸੰਸੇ ਤੋਂ ਆਪਣੇ ਮਨ ਵਿੱਚ ਹੋ ਕੇ ਬਿਨਾ ਕਰਕੇ ਨਿਰਸੰਸਤ ਹੋ। ਬੇਨਤੀ ਕਰਕੇ ਤੇ ਗੁਰੂ ਸਾਹਿਬ ਨੂੰ ਪੁੱਛ ਕੇ ਉਹ ਸੰਸਿਆ ਤੋਂ ਬਿਨਾਂ ਹੋ ਜਾਂਦੇ, ਸੰਸਾ ਨਹੀਂ ਕੋਈ ਰਹਿ ਜਾਂਦਾ ਉਹਨਾਂ ਸਿੱਖਾਂ ਨੂੰ। ਸੋ ਗੁਰ ਹੈ ਗਤਦਾਇਕ ਜਾਨਹਾ। ਤੇ ਗੁਰੂ ਵੀ ਮਰਦਾਨਾ ਜੀ ਉਹੀਓ ਮੁਕਤੀ ਦੇਣ ਵਾਲਾ ਜਾਣ ਲੋ। ਦਾਸ ਸੰਦੇਹ ਸਬੈ ਦੀਖੋ। ਜਿਹੜਾ ਗੁਰੂ ਆਪਣੇ ਦਾਸ ਦਾ ਸੇਵਕ ਦਾ ਸੰਸਾ ਸਾਰਾ ਨਾਸ ਕਰ ਦਿੰਦਾ ਹੈ, ਉਹੀਓ ਗੁਰੂ ਮੁਕਤੀ ਦੇਣ ਵਾਲਾ ਜਾਣ ਲਓ। ਜਾਂ ਕਰ ਹੋਏ ਸੁਖੀ ਪੁਨਾ। ਇਉਂ ਜੋ ਕਰ ਦਿੰਦਾ ਨਾ ਸੰਸਾ ਨਾਸ, ਤੇ ਉਹ ਸਿੱਖ ਦਾ ਮਨ ਸੁਖੀ ਹੋ ਜਾਂਦਾ, ਸਿੱਖ ਸੁਕਾਰਤਾ ਸਫਲ ਹੋ ਜਾਂਦਾ ਹੈ। ਨਾ ਤੁਰ ਬੰਚਕ ਹੈ ਨਿਜ ਸਵਾਰਥੀ ਦੋ। ਜੇ ਕੋਈ ਇਹੋ ਜਿਹਾ ਗੁਰੂ ਕੁਝ ਦੱਸਦਾ ਹੀ ਨਹੀਂ ਹੈ, ਸਿੱਖ ਪੁੱਛਦਾ ਨਹੀਂ ਹੈ, ਉਹ ਜਾਣ ਲਾ, ਨਹੀਂ ਤਾਂ ਉਹ ਸਿੱਖ ਵੀ ਮਤਲਬ ਹੀ ਹੈ, ਗੁਰੂ ਵੀ ਠੱਗ ਚੋਰ ਚੱਕਾ ਇਕੱਠਾ ਹੋਇਆ ਹੈ। ਸਵਈਆ ਸੇਵਕ ਕੋ ਗੁਰ ਕੋ ਸੰਬੰਧ। ਜਿਹੜਾ ਸੇਵਕ ਹੈ ਤੇ ਗੁਰੂ ਦਾ ਸੰਬੰਧ, ਰਿਸ਼ਤੇਦਾਰੀ, ਤਲਕ ਹੈ, ਆਪੋ ਵਿੱਚ ਹੀ ਮੇਲ ਜੋਲ ਹੈ। ਭਲੋ ਇਹ ਹੈ ਤੁਮ ਸੋ ਜੋ ਉਚਾਰਾ। ਜੋ ਤੁਹਾਨੂੰ ਅਸਾਂ ਨੇ ਕਿਹਾ ਇਹੋ ਚੰਗਾ ਹੈ ਵੀ ਸਿੱਖ ਪੁੱਛੇ ਗੁਰੂ ਦੱਸੇ। ਬੂਝਰ ਦੇ ਸੰਦੇਹ ਸਬੈ। ਸਭੇ ਜਿਹੜੇ ਸਾਰੇ ਹਿਰਦੇ ਵਿੱਚ ਕੋਈ ਸੰਸ਼ੇ ਉਹ ਗੁਰੂ ਪਾਸੋਂ ਪੁੱਛੇ ਸਿੱਖ। ਗੁਰ ਤਾਹੇ ਬਤਾਏ ਕਾ ਦੇਤ ਬਿਦਾਰਾ। ਗੁਰੂ ਜਿਹੜੇ ਪੂਰੇ ਹੁੰਦੇ ਉਸ ਨੂੰ ਦੱਸ ਕੇ ਤੇ ਉਹਦਾ ਸੰਸਾ ਨਾਸ ਕਰ ਦਿੰਦੇ, ਦੂਰ ਕਰ ਦਿੰਦੇ ਹਨ। ਸੇਵਕ ਬੂਝ ਬਤਾਏ ਗੁਰੂ ਨਹ। ਸੇਵਕ ਪੁੱਛੇ ਤੇ ਜੇ ਗੁਰੂ ਦੱਸੇ ਕੱਖ ਨਾ।
ਸੋ ਗੁਰ ਤਿਆਗ ਨਾ ਲਾਉ ਅਵਾਰਾ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਉਹ ਗੁਰੂ ਛੱਡ ਦੇਣਾ ਚਾਹੀਦਾ ਹੈ। ਉਹ ਗੁਰੂ ਨੂੰ ਛੱਡਣ ਲੱਗਿਆਂ ਦੇਰੀ ਨਹੀਂ ਲਾਉਣੀ ਚਾਹੀਦੀ ਵੀ ਜਿਸ ਗੁਰੂ ਨੂੰ ਪੁੱਛੀਏ ਦੱਸੇ ਕੱਖ ਨਾ। ਤਾਂ ਹੀ ਮਹਾਰਾਜ ਕਹਿੰਦੇ ਗੁਰੂ ਵੀ ਪੂਰਾ ਹੀ ਹੋਣਾ ਚਾਹੀਦਾ ਹੈ। ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਤੇ ਉਹ ਗੁਰੂ ਪੂਰੇ ਕੌਣ ਹੈ? ਨਾਨਕ ਗੁਰੂ ਹੈ ਪੂਰਾ, ਮਿਲ ਸਤਿਗੁਰੂ ਨਾਮ ਤੇ ਆਇਆ। ਉਹ ਗੁਰੂ ਪੂਰੇ ਹੈ। ਹੁਣ ਜੇ ਦੂਸਰੇ ਗੁਰਾਂ ਦੇ ਪਿੱਛੇ ਪਵਾਂਗੇ ਤੇ ਮਹਾਰਾਜ ਦਾ ਬਚਨ ਹੈ, ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀਂ ਠਾਓ। ਜਿਨ੍ਹਾਂ ਦਾ ਉਸਤਾਦ ਹੀ ਇੰਨਾ ਹੈ ਉਹਨਾਂ ਦੇ ਚੇਲਿਆਂ ਨੂੰ ਵੀ ਕੋਈ ਥਾਂ ਨਹੀਂ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਣ। ਉਹਨਾਂ ਦੇ ਸਿੱਖ ਵੀ ਚੇਲੇ ਵੀ ਅੰਨੇ ਕੰਮ ਕਰਨਗੇ, ਭੈੜੇ ਕੰਮ ਕਰਨਗੇ। ਤਾਂ ਹੀ ਜਿਹੜਾ ਉਸਤਾਦ ਧਾਰ ਲੈਣਾ ਹਮੇਸ਼ਾ ਸਾਧ ਸੰਗਤ ਜੀ ਉੱਤਮ ਉਸਤਾਦ ਹੋਵੇ। ਮਾੜੀ ਮੱਤ ਵਾਲਾ ਧਾਰ ਲਾਂਗੇ, ਜਿਹੜਾ ਕੋਈ ਕਹਿਣ ਵਾਲਾ ਹੋਵੇ ਨਰਕ ਆ ਗੁਰਬਾਣੀ ਤੇ ਹੀ ਸ਼ੰਕੇ ਕਰੀ ਜਾਵੇ। ਇਹੋ ਜਿਹੇ ਉਸਤਾਦ ਕੋ ਪੜ੍ਹਨ ਲੱਗ ਪਏ ਤੇ ਨਾ ਉਹਨੇ ਆਪ ਕੋ ਸਿੱਖਿਆ ਨਾ ਤੁਹਾਨੂੰ ਸਿਖਾਉਣਾ ਹੈ। ਜਿਹੜਾ ਕੋਈ ਇਹੋ ਜਿਹਾ ਗੁਰੂ ਬਣ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਗਰਮੀ ਨਹੀਂ ਲੱਗਦੀ, ਠੰਡ ਨਹੀਂ ਲੱਗਦੀ, ਰੁਮਾਲਿਆਂ ਦੀ ਨਹੀਂ ਲੋੜ, ਅੱਜ ਦੀ ਨਹੀਂ ਲੋੜ, ਉਹਦੀ ਨਹੀਂ ਲੋੜ, ਇਹਦੇ ਸ਼ਬਦ ਗੁਰੂ ਹੈ। ਇਹੋ ਜਿਹੀਆਂ ਗੱਲਾਂ ਕਰਨ ਵਾਲਾ ਜੇ ਗੁਰੂ ਤੁਹਾਨੂੰ ਮਿਲ ਗਿਆ ਤੇ ਤੁਸੀਂ ਵੀ ਉਹੋ ਜਿਹਾ ਸਤਿਕਾਰ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਦਾ। ਜੇ ਉਸਤਾਦ ਮਿਲ ਗਿਆ ਪੂਰਾ ਵੀ ਭਾਈ ਗੁਰੂ ਮਹਾਰਾਜ ਨੂੰ ਪ੍ਰਤੱਖ ਗੁਰਾਂ ਦੀ ਦੇਹ ਸਮਝਣਾ ਹੈ, ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਣਾ ਹੈ, ਮੱਥਾ ਥੱਲੇ ਲਾ ਕੇ ਧਰਤੀ 'ਤੇ ਗੁਰੂ ਜੀ ਪ੍ਰਤੱਖ ਹੈ, ਸਤਿਗੁਰ ਜਾਗਤਾ ਹੈ ਦੇਉ। ਮਹਾਰਾਜ ਦਸਾਂ ਗੁਰਾਂ ਦੀ ਪ੍ਰਗਟ ਗੁਰਾਂ ਕੀ ਦੇਹ ਹੈ। ਅਤੇ ਆ ਝੂਠੇ ਮਿੱਠੇ ਹੱਥ ਨਹੀਂ ਲਾਉਣੇ ਆ ਮਹਾਰਾਜ ਦੇ ਸਰੂਪ ਨੂੰ। ਜੇ ਤਾਂ ਕੋਈ ਇਹੋ ਜਿਹਾ ਉਸਤਾਦ ਸਿੱਖਿਆ ਦਊਗਾ ਤੇ ਉਹਦੇ ਅਸਰ ਹੋ ਜਾਊਗਾ ਉਹੋ ਜਿਹਾ ਹੀ। ਅਤੇ ਜੇ ਦੇ ਦਾਂਗੇ ਵੀ ਲਓ ਕਾਗਜ਼ ਕਦੀ ਝੂਠਾ ਹੋਇਆ ਹੈ, ਇੱਥੇ ਸੁੱਚਾ ਕੀ ਹੈ, ਇੱਥੇ ਸੁੱਚਾ ਕੁਝ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਇਹੋ ਜਿਹੇ ਜੇ ਪ੍ਰਮਾਣ ਦੇ ਦਿੱਤੇ ਵੀ ਸੁੱਚ ਹੋਵੇ ਤਾਂ ਸੱਚ ਪਾਈ ਹੈ, ਮਨ ਸੋਚਾ ਹੈ ਤੇ ਬਸ ਸਭ ਕੁਝ ਹੀ ਸੁੱਚਾ ਹੈ। ਜੇ ਇਹੋ ਜਿਹੀਆਂ ਗੱਲਾਂ ਕਰਨ ਵਾਲਾ ਮਿਲ ਗਿਆ ਤੇ ਫਿਰ ਉਹ ਪੂਰੀਆਂ ਪਾ ਦੂਗਾ। ਇੱਥੇ ਮਹਾਰਾਜ ਕਹਿ ਰਹੇ ਆ ਵੀ ਮਰਦਾਨਾ ਜੇ ਗੁਰੂ ਨਾ ਵੀ ਸਿੱਖ ਪੁੱਛੇ ਗੁਰੂ ਦੱਸੇ ਕੱਖ ਨਾ, ਦੇਰੀ ਨਹੀਂ ਲਾਉਣੀ ਚਾਹੀਦੀ ਇਹੋ ਜਿਹੇ ਗੁਰੂ ਨੂੰ ਛੱਡਣ ਵੇਲੇ। ਤਾਂ ਟਿਗ ਤੇ ਗਤ ਪ੍ਰਾਪਤ ਹੋਤ ਨਾ। ਉਸ ਗੁਰੂ ਤੋਂ ਕਦੀ ਮੁਕਤੀ ਨਹੀਂ ਪ੍ਰਾਪਤ ਹੁੰਦੀ ਇਹੋ ਜਿਹੇ ਹੁਜਤਬਾਜੀ ਵਾਲੇ ਝੂਠੇ ਗੁਰੂ ਤੋਂ, ਪਖੰਡੀ ਤੋਂ। ਆਪ ਤਰਨ ਹੈ ਕਿਉ ਸਿਖ ਤਾਰਾ। ਉਹ ਤੇ ਆਪ ਨਹੀਂ ਤਰਿਆ ਤੇ ਸਿੱਖ ਕਿਵੇਂ ਤਾਰ ਦਊਗਾ? ਤੇ ਆਪ ਡੁੱਬਾ ਪੱਥਰ ਵਾਂਗ। ਸਵਈਆ ਭੂਖ ਪਿਪਾਸ ਗਈ ਤਨ ਤੇ ਪੁਨ। ਫਿਰ ਇਹ ਬਚਨ ਸੁਣਦਿਆਂ ਭਾਈ ਮਰਦਾਨੇ ਦੀ ਭੁੱਖ ਪਿਆਸ ਤੇ ਖਤਮ ਹੀ ਹੋ ਗਈ ਹੈ, ਸਰੀਰ ਵਿੱਚੋਂ ਚਲੀ ਗਈ ਹੈ। ਨਾ ਤੇ ਰਹਿ ਗਈ ਭੁੱਖ, ਨਾ ਰਹਿ ਗਈ ਪਿਆਸ ਹੀ। ਤਾਂ ਦਿਨ ਤੇ ਨਹਿ ਸੋ ਕਬ ਹੋਈ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਨਾਲ ਹੀ ਰਿਹਾ ਉਸ ਦਿਨ ਤੋਂ। ਭਾਈ ਮਰਦਾਨਾ ਜੀ ਨੂੰ ਕਦੀ ਨਾ ਭੁੱਖ ਲੱਗੀ ਨਾ ਪਿਆਸ ਹੀ ਹੋਈ ਹੈ। ਧਨ ਸੁਨੇ ਗੁਰ ਕੇ ਹਰਖਾ। ਮਹਾਰਾਜ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਇਆ ਭਾਈ ਮਰਦਾਨਾ। ਪਦ ਬੰਦਤ ਹੈ ਕਰ ਬੰਦ ਕੈ ਦੋਈ। ਆਪਣੇ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦਾ ਹੈ ਭਾਈ ਮਰਦਾਨਾ ਬਾਰ-ਬਾਰ। ਪੂਜਨ ਤੇ ਨਿਰਸੰਸ ਪਇਓ ਮਨ। ਪੁੱਛਣ ਤੋਂ ਜਿਹੜਾ ਸੰਸਿਆ ਤੋਂ ਬਿਨਾਂ ਮਨ ਹੋ ਗਿਆ, ਸੰਸਾ ਕੋਈ ਰਹਿ ਹੀ ਨਹੀਂ ਗਿਆ। ਕਿਉਂਕਿ ਭਰਮ ਕੇ ਪਰਦੇ ਸਤਿਗੁਰ ਖੋਲੇ। ਸਾਰੇ ਭਰਮ ਮਹਾਰਾਜ ਖੋਲਦੇ, ਹੋਰ ਨਹੀਂ ਕੋਈ ਖੋਲ ਸਕਦਾ। ਸ਼ੰਕ ਗਵਾਏ ਰਹੀ ਨਹਿ ਕੋਈ। ਸਾਰੀਆਂ ਜਿਹੜੀਆਂ ਸ਼ੰਕਾ ਨਾ ਉਹ ਗਵਾ ਦਿੱਤੀਆਂ, ਕੋਈ ਨਹੀਂ ਰਹਿ ਗਈ ਮਨ ਵਿੱਚ। ਸ੍ਰੀ ਗੁਰੂ ਨਾਨਕ ਸੰਗ ਫਿਰਿਓ। ਫਿਰ ਜਿੰਨਾ ਚਿਰ ਵੀ ਭਾਈ ਮਰਦਾਨਾ ਗੁਰੂ ਸਾਹਿਬ ਜੀ ਨਾਲ ਫਿਰਿਆ ਤੁਰਿਆ ਯਾਤਰਾ ਕੀਤੀ ਹੈ। ਸਫਲੀ ਨਿਜ ਦੇਹ ਕੋ ਮਾਨਤ ਸੋਏ। ਆਪਣੀ ਜਿਹੜੀ ਦੇਹ ਸਰੇ ਨੂੰ ਸਫਲ ਹੀ ਮੰਨਿਆ ਵੀ ਮੇਰਾ ਭਲਾ ਹੀ ਹੋ ਰਿਹਾ ਹੈ। ਸਵਈਆ ਭੂਖ ਪਿਪਾਸ ਲੱਗਾ ਨਾ ਤੁਮੈ। ਫਿਰ ਭਾਈ ਜਿਹੜਾ ਮਰਦਾਨਾ ਜੀ ਮਹਾਰਾਜ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆ ਤੁਹਾਨੂੰ ਭਲਾ ਭੁੱਖ ਪਿਆਸ ਕਿਉਂ ਨਹੀਂ ਲੱਗਦੀ? ਇਹ ਕਾਰਨ ਬੂਝਤ ਹੈ ਮਰਦਾਨਾ। ਭਾਈ ਮਰਦਾਨਾ ਪੁੱਛਣ ਲੱਗਾ ਮਹਾਰਾਜ ਆ ਕੀ ਕਾਰਨ ਹੈ ਵੀ
ਤੁਹਾਨੂੰ ਭੁੱਖ ਪਿਆਸ ਲੱਗਦੀ, ਨਾ ਤੁਸੀਂ ਕੁਝ ਛਕਦੇ ਨਾ ਤੁਸੀਂ ਪੀਂਦੇ ਹੀ ਹੋ। ਸਾਲ ਬਸਾਲ ਬਿਹਾਵਤ ਹੈ, ਸਾਲ ਵੀ ਤੁਹਾਡਾ ਲੰਘ ਜਾਂਦਾ ਖਾਦੇ ਪੀਤੇ ਤੋਂ ਬਿਨਾ, 2 ਸਾਲ ਵੀ ਲੰਘ ਜਾਂਦੇ ਨਾਲ ਰਹਿ ਕੇ ਵੇਖਿਆ ਤੁਹਾਨੂੰ। ਬਿਨ ਭੋਜਨ ਤੇ ਨਹ ਪਾਨ ਕੋ ਪਾਨਾ, ਨਾ ਤੁਸੀਂ ਭੋਜਨ ਜਿਹੜਾ ਹੈ, ਨਾ ਤੇ ਤੁਸੀਂ ਭੋਜਨ ਹੀ ਜਿਹੜਾ ਛਕਦੇ ਹੋ, ਨਾ ਤੁਸੀਂ ਜਾਰੀ ਪੀਣਾ ਕਰਦੇ ਹੋ। ਕੌਣ ਆਹਾਰ ਆਧਾਰ ਰਹਿ, ਮਹਾਰਾਜ ਤੁਸੀਂ ਕਿਸ ਭੋਜਨ ਦੇ ਆਸਰੇ ਰਹਿੰਦੇ ਹੋ? ਸਾਡੀ ਤੇ ਘੜੀ ਨਹੀਂ ਲੰਘਦੀ ਖਾਦੇ ਪੀਤੇ ਬਿਨਾ। ਨਿਰਤਾਰ ਕਹੋ ਮੁਝ ਕੋ ਗੁਣ ਖਾਨਾ, ਗੁਣਾਂ ਦੀ ਖਾਣ ਮਹਾਰਾਜ ਨਿਰਣਾ ਕਰਕੇ ਮੈਨੂੰ ਦੱਸੋ ਵੀ ਆਪ ਕਿਉਂ ਨਹੀਂ ਕੁਝ ਖਾਂਦੇ? ਸਾਲ 2 ਸਾਲ ਕਿਵੇਂ ਲੰਘ ਜਾਂਦੇ ਖਾਦੇ ਪੀਤੇ ਬਿਨਾ? ਹੈ ਜੋ ਸੰਦੇਹ ਹਿਰਦੈ ਹਮਰੇ, ਇਹ ਜੋ ਮੇਰੇ ਹਿਰਦੇ ਵਿੱਚ ਸੰਸਾ ਹੈ, ਇਹ ਦੇਹੋ ਮਿਟਾਏ ਕਰੋ ਪ੍ਰਸਥਾਨਾ, ਇਸ ਸੰਸੇ ਨੂੰ ਮਹਾਰਾਜ ਮਿਟਾ ਦਿਓ ਤੇ ਫਿਰ ਅੱਗੇ ਚੱਲਣਾ ਕਰੋ ਜੀ। ਸਵਈਆ ਸ੍ਰੀ ਗੁਰ ਬੈਨ ਭਨੇ ਸੁਨ ਕੇ, ਗੁਰੂ ਨਾਨਕ ਸਾਹਿਬ ਜੀ ਬਚਨ ਸੁਣ ਕੇ ਫਿਰ ਆਪ ਬਚਨ ਕਹੇ। ਗੁਰ ਸਿੱਖ ਭਲੇ ਮਨ ਭਾਉ ਜੋ ਧਾਰਾ, ਮਰਦਾਨਿਆਂ ਸੁਣ ਜੋ ਸੰਸਾ ਵੀ ਜਿਹੜੇ ਗੁਰੂ ਦੇ ਸਿੱਖ ਹੈ ਨਾ ਚੰਗੇ, ਤੇ ਮਨ ਵਿੱਚ ਪ੍ਰੇਮ ਨੂੰ ਧਾਰ ਕੇ ਰੱਖਦੇ ਹੈ ਹਰ ਵਕਤ। ਹੈ ਭਗਤੀ ਤਿਨ ਕੇ ਮਨ ਅੰਤਰ, ਉਹਨਾਂ ਸਿੱਖਾਂ ਦੇ ਮਨਾਂ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਸਦੀ ਹੈ ਰਾਤ ਦਿਨ। ਜੇ ਗੁਰ ਕੇ ਨਿਸ਼ਚਾ ਨਾ ਨਿਵਾਰ, ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਤੇ ਭਰੋਸਾ ਕਦੀ ਛੱਡਦੇ ਨਹੀਂ, ਦੂਰ ਹੀ ਨਹੀਂ ਕਰਦੇ, ਗੁਰੂ ਦੇ ਭਰੋਸੇ ਤੋਂ ਬਿਨਾਂ ਜੀਂਦੇ ਨਹੀਂ ਹਨ। ਜੋ ਭੋਜਨ ਕੋ ਕਰਹਿ ਹਿਤ ਸੋ, ਉਹ ਜਦੋਂ ਭੋਜਨ ਕਰਦੇ ਨਾ ਬੜੇ ਪ੍ਰੇਮ ਨਾਲ, ਗੁਰ ਸਿੱਖਨ ਕੋ ਗੁਰ ਸਿੱਖ ਖੁਆਰਾ, ਗੁਰੂ ਕੇ ਸਿੱਖ ਜਦੋਂ ਗੁਰੂ ਕੇ ਸਿੱਖਾਂ ਨੂੰ ਖਵਾਉਂਦੇ ਆ ਭੋਜਨ ਬੜੇ ਪ੍ਰੇਮ ਨਾਲ, ਸੋ ਮੋਹਿ ਪ੍ਰਾਪਤ ਹੋਵਤ ਹੈ, ਉਹ ਭੋਜਨ ਹੀ ਮੈਨੂੰ ਜਾ ਕੇ ਪ੍ਰਾਪਤ ਹੁੰਦਾ ਹੈ। ਕਿਉਂਕਿ ਗੁਰੂ ਕੇ ਸਿੱਖ ਜਦੋਂ ਪ੍ਰਸ਼ਾਦਾ ਛਕਦੇ ਆ ਉਦੋਂ ਵੀ ਨਾਮ ਲੈਂਦੇ ਮਹਾਰਾਜ ਦਾ, ਨਾਮ ਲੈ ਕੇ ਮੁੱਖ 'ਚ ਬੁਰਕੀ ਪਾਉਂਦੇ ਆ। ਜਦੋਂ ਗੁਰੂ ਨੂੰ ਭੋਗ ਲਾ ਦਿੱਤਾ ਤੇ ਉਹ ਗੁਰੂ ਪਰਮੇਸ਼ਰ ਨੂੰ ਚਲਾ ਗਿਆ। ਜਦੋਂ ਪਹਿਲਾਂ ਭੋਗ ਲਾਤਾ ਪਰਮੇਸ਼ਰ ਨੂੰ ਪਹੁੰਚ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪਹੁੰਚ ਗਿਆ, ਤੇ ਉਹ ਹਰ ਵਕਤ ਨਾਮ ਵੀ ਜਪਦੇ ਗੁਰੂ ਕੇ ਪਿਆਰੇ। ਮਹਾਰਾਜ ਕਹਿੰਦੇ ਵੀ ਉਹ ਜਦੋਂ ਸਿੱਖ ਆਪਣੇ ਮੁੱਖ ਵਿੱਚ ਪਾਉਂਦੇ ਨਾ ਭੋਜਨ ਸਾਡਾ ਨਾਮ ਲੈ ਕੇ, ਉਹ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਤਬ ਜਾਏ ਸੁਦਾਰ ਹੋ ਤਾਹੇ ਅਧਾਰਾ, ਉਸ ਵੇਲੇ ਸਾਡੀ ਜਿਹੜੀ ਭੁੱਖ ਪਿਆਸ ਦੂਰ ਹੋ ਜਾਂਦੀ, ਚਲੀ ਜਾਂਦੀ ਹੈ, ਅਸੀਂ ਉਸ ਦੇ ਆਸਰੇ ਰਹਿੰਦੇ ਹਾਂ। ਦੋਹਰਾ ਸਾਚ ਬਚਨ ਮਮ ਜਾਨ ਇਹ, ਮਰਦਾਨਾ ਸਾਡਾ ਬਚਨ ਸੱਚੀ ਮੰਨ ਲਾ, ਜੋ ਗੁਰੂ ਕੇ ਸਿੱਖ ਖਾਂਦੇ ਉਹੀ ਅਸੀਂ ਛਕਦੇ ਹਾਂ। ਮਰਦਾਨੇ ਮਨ ਮਾਨ, ਹੇ ਭਾਈ ਮਰਦਾਨਾ ਮਨ ਵਿੱਚ ਮੰਨ ਲਾ, ਉਸੇ ਕਰਕੇ ਸਾਨੂੰ ਭੁੱਖ ਨਹੀਂ ਲੱਗਦੀ ਸਾਲਾਂ ਬੱਧੀ। ਅਸ ਕਹਿ ਗਮਨੇ ਮੇਰ ਕੋ, ਇਸ ਤਰ੍ਹਾਂ ਕਹਿ ਕੇ ਗੁਰੂ ਸਾਹਿਬ ਜੀ ਸਮੇਰ ਪਰਬਤ ਨੂੰ ਚੱਲੇ ਐ। ਸਿੱਧਨ ਖੋਵਨ ਮਾਨ, ਜਿਹੜੇ 84 ਸਿੱਧ ਉਮਰਾਂ ਵੱਡੀਆਂ ਲੈ ਕੇ ਹੰਕਾਰੀ ਹੋਏ ਪਏ ਸੀ, ਉਹਨਾਂ ਦੇ ਮਾਨ ਨੂੰ ਨਾਸ ਕਰਨ ਵਾਸਤੇ ਮਹਾਰਾਜ ਸਮੇਰ ਪਰਬਤ ਤੇ ਚੱਲੇ ਐ। ਉਹ ਸਮੇਰ ਪਰਬਤ ਦੇ ਜਿਵੇਂ ਸਿੱਧਾਂ ਨਾਲ ਚਰਚਾ ਹੋਈ, ਉਹ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਵਿੱਚ ਆਰੰਭ ਹੋਣਗੇ। ਜਿੱਥੇ ਸਤਿਗੁਰੂ ਜੀ ਨੇ ਜਪਜੀ ਸਾਹਿਬ ਦੀ ਬਾਣੀ, ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ ਸੀ ਚਰਚਾ ਵਿੱਚ ਹੀ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਲਤਾਨ ਪਰ ਜਾਵਨ ਪਰ ਮਰਦਾਨੇ ਕੋ ਪ੍ਰਸੰਗ ਵਰਣਨ ਨਾਮ 59ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਜਿਹੜੇ 59 ਅਧਿਆਏ ਸਮਾਪਤ ਹੋ ਗਏ ਹਨ। ਸਾਚ ਬਚਨ ਮਮ ਜਾਣਹ ਮਰਦਾਨੇ ਮਨ ਮਾਨ, ਆਸ ਕਹਿ ਗਮਨੇ ਮੇਰ ਕੋ ਸਿੱਧਨ ਖੋਵਨ ਮਾਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਲਤਾਨ ਪਰ ਜਾਵਨ ਮਰਦਾਨੇ ਕੋ ਪ੍ਰਸੰਗ
ਵਰਨਰੰਗ ਨਾਮ 59ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।